ਹਾਜ਼ਰੀਆਂ ਭਰਨ ਦਾ ਸਾਨੂੰ ਸੁਭਾਗ ਭਰਿਆ ਸਮਾਂ ਬਖਸ਼ਿਆ ਹੈ ਜੀ। ਸੋ ਆਓ ਅੰਮ੍ਰਿਤ ਵੇਲੇ ਦਾ ਲਾਹਾ ਖੱਟਦੇ ਹੋਏ ਗੁਰ ਸ਼ਬਦ ਦੀ ਵਿਚਾਰ ਨੂੰ ਆਰੰਭ ਕਰੀਏ। ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਬਹੁਤ ਹੀ ਪਿਆਰੇ ਭਗਤ ਜੀ, ਭਗਤ ਰਵਿਦਾਸ ਜੀ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੈ, ਜੋ ਕਿ ਰਾਗ ਸੋਰਠ ਦੇ ਵਿੱਚ 657 ਅੰਗ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ। ਭਗਤ ਜੀ ਨੇ ਇਸ ਸ਼ਬਦ ਦੇ ਅੰਦਰ ਇਨਸਾਨ ਨੂੰ ਕੁਝ ਭਰਮ ਹੁੰਦੇ ਨੇ, ਭੁਲੇਖੇ ਹੁੰਦੇ ਨੇ, ਪਰ ਉਹਨੂੰ ਲੱਗਦਾ ਕਿ ਮੈਂ ਹੀ ਸਹੀ ਹਾਂ। ਇਹ ਵੀ ਉਹਦਾ ਇੱਕ ਵਹਿਮ ਹੁੰਦਾ। ਉਹਨਾਂ ਭੁਲੇਖਿਆਂ ਦਾ ਜ਼ਿਕਰ ਕੀਤਾ ਹੈ। ਇਨਸਾਨ ਦੇ ਅੰਦਰ ਇੱਕ ਮੈਂ ਵਾਲੀ ਜਿਹੜੀ ਭਾਵਨਾ ਹੁੰਦੀ ਆ, ਉਹਦੇ ਬਾਰੇ ਦੱਸਿਆ। ਇੱਕ ਰਾਜੇ ਦੀ ਉਦਾਹਰਨ ਦਿੱਤੀ ਹੈ ਇਸ ਸ਼ਬਦ ਅੰਦਰ, ਸਮੁੰਦਰ ਦੀ ਉਦਾਹਰਨ ਦਿੱਤੀ ਆ, ਸੋਨਾ ਤੇ ਸੋਨੇ ਤੋਂ ਬਣੇ ਗਹਿਣੇ ਉਹਦੀ ਉਦਾਹਰਨ ਹੈ। ਉਸ ਤੋਂ ਬਾਅਦ ਆਖਿਆ ਹੈ ਕਿ ਪ੍ਰਮਾਤਮਾ ਤਾਂ ਹੱਥਾਂ ਤੋਂ ਵੀ ਨੇੜੇ ਆ, ਅੱਖਾਂ ਤੋਂ ਵੀ ਨੇੜੇ ਆ। ਭਾਵ ਇਤਨਾ ਨੇੜੇ ਹੈ, ਇਨਸਾਨ ਦੇ ਅੰਦਰ ਹੀ ਵਸਿਆ ਹੋਇਆ, ਇਸ ਕਰਕੇ ਉਹਨੂੰ ਨਜ਼ਰ ਨਹੀਂ ਆਉਂਦਾ। ਸੋ ਆਓ ਆਪਾਂ ਵਿਸਥਾਰ ਦੇ ਨਾਲ ਇਹਦੀ ਵਿਚਾਰ ਕਰਦੇ ਹਾਂ। ਭਗਤ ਜੀ ਨੇ ਫਰਮਾਇਆ, ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਗੁਰੂ ਸਾਹਿਬ ਜੀ ਵਿੱਚ 31 ਰਾਗ ਨੇ, ਉਹਨਾਂ ਵਿੱਚੋਂ ਬਹੁਤ ਸੋਹਣਾ ਰਾਗ ਹੈ ਸੋਰਠ। ਉਸੇ ਵਿੱਚ ਹੀ ਇਹ ਭਗਤ ਜੀ ਨੇ ਬਾਣੀ ਉਚਾਰੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਾਨੂੰ ਬਣਾਉਣ ਵਾਲਾ, ਦੁਨੀਆ ਨੂੰ ਸਾਜਣ ਵਾਲਾ ਇੱਕ ਹੀ ਸ਼ਕਤੀ ਆ। ਉਸੇ ਨੂੰ ਹੀ ਅਸੀਂ ਰੱਬ ਜੀ, ਪਰਮਾਤਮਾ, ਵਾਹਿਗੁਰੂ ਕਹਿੰਦੇ ਹਾਂ। ਓੰਕਾਰ ਉਹਦਾ ਇੱਕ ਬੋਲ ਆ, ਉਹਦਾ ਕਵਾਉ ਆ। ਉਹ ਤੋਂ ਹੀ ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲੇ ਨੇ। ਸਤਿਗੁਰ ਪ੍ਰਸਾਦ, ਉਹ ਸੱਚੇ ਗੁਰੂ ਦੇ ਪ੍ਰਸਾਦ ਦੁਆਰਾ ਹੀ ਉਹਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਉਹਦੇ ਅੰਗ ਸੰਗ ਹੋ ਕੇ, ਉਹਨੂੰ ਦਿਲ 'ਚ ਵਸਾ ਕੇ, ਗੁਰੂ ਦੀ ਸਿੱਖਿਆ 'ਤੇ ਚੱਲ ਕੇ ਹੀ ਕੋਈ ਆਪਣੇ ਆਪ ਨੂੰ ਚੰਗਾ ਬਣਾ ਪਾਇਆ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਭਗਤ ਜੀ ਬਹੁਤ ਪਿਆਰ ਦੇ ਨਾਲ ਕਹਿ ਰਹੇ ਨੇ, ਗੁਰੂ ਮਹਾਰਾਜ, ਹੇ ਵਾਹਿਗੁਰੂ ਜੀ, ਜਦੋਂ ਤੱਕ ਇਨਸਾਨ ਦੇ ਵਿੱਚ ਮੈਂ ਦੀ ਭਾਵਨਾ ਹੁੰਦੀ ਆ, ਉਦੋਂ ਕਿਸੇ ਦੇ ਅੰਦਰ ਵੀ ਤੂੰ ਦਾ ਵਾਸ ਜਿਹੜਾ ਹੋ ਨਹੀਂ ਸਕਦਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਹੇ ਵਾਹਿਗੁਰੂ ਜੀ, ਜਦੋਂ ਤੱਕ ਕਿਸੇ 'ਚ ਵੀ ਮੈਂ ਹਾਂ, ਉਦੋਂ ਤੱਕ ਤੂੰ ਦਾ ਦਰਵਾਜ਼ਾ ਖੁੱਲ੍ਹ ਨਹੀਂ ਸਕਦਾ। ਮੌਲਾਨਾ ਰੂਮੀ ਜੀ ਨੇ ਇੱਕ ਬੜੀ ਸੁੰਦਰ ਘਟਨਾ ਦਾ ਜ਼ਿਕਰ ਕੀਤਾ। ਕਹਿੰਦੇ ਇੱਕ ਮੁਰਸ਼ਦ ਸਨ, ਰੱਬ ਦੇ ਪਿਆਰੇ ਸੂਫੀ ਫਕੀਰ। ਉਹਨਾਂ ਦੇ ਦਰਵਾਜ਼ੇ 'ਤੇ ਚੱਲ ਕੇ ਉਹਨਾਂ ਦਾ ਇੱਕ ਮੁਰੀਦ ਆਉਂਦਾ, ਚੇਲਾ ਆਉਂਦਾ।
ਦਰਵਾਜ਼ਾ ਲੱਗਾ ਹੁੰਦਾ ਉਸ ਵਕਤ ਆ ਕੇ ਆਵਾਜ਼ ਦਿੰਦਾ ਕਿ ਦਰਵਾਜ਼ਾ ਖੋਲ੍ਹੋ। ਅੰਦਰੋਂ ਉਹਦਾ ਉਸਤਾਦ ਜਿਹੜਾ ਹੈ ਉਹ ਆਵਾਜ਼ ਦਿੰਦਾ ਕਿ ਕੌਣ ਆ ਬਾਹਰ। ਉਹ ਕਹਿੰਦਾ ਮੈਂ ਹਾਂ। ਜਦੋਂ ਹੀ ਆਖਦਾ ਕਿ ਮੈਂ ਹਾਂ, ਉਹ ਦਰਵਾਜ਼ਾ ਨਹੀਂ ਖੋਲ੍ਹਦੇ। ਦੂਸਰੀ ਵਾਰ ਫਿਰ ਆਉਂਦਾ, ਉੱਦਾਂ ਹੀ ਵਾਰਤਾਲਾਪ ਹੁੰਦੀ ਆ। ਦਰਵਾਜ਼ਾ ਖੜਕਦਾ ਹੈ, ਖੜਕਾ ਹੁੰਦਾ। ਉਸਤਾਦ ਜੀ ਕਹਿੰਦੇ ਨੇ ਕੌਣ ਹੈ। ਉਹ ਫਿਰ ਕਹਿ ਦਿੰਦਾ ਚੇਲਾ ਕਿ ਮੈਂ ਹੀ ਹਾਂ। ਦਰਵਾਜ਼ਾ ਫਿਰ ਨਹੀਂ ਖੁੱਲ੍ਹਦਾ। ਤੀਸਰੀ ਵਾਰ ਜਦੋਂ ਆਉਂਦਾ ਹੈ, ਇਸ ਵਾਰ ਉਹ ਕਹਿੰਦਾ ਦਰਵਾਜ਼ਾ ਖੜਕਾ ਕੇ ਅੰਦਰੋਂ ਆਵਾਜ਼ ਪੁੱਛਣ ਤੇ ਕੌਣ ਹੈ। ਉਹ ਕਹਿੰਦਾ ਤੂੰ ਹੀ ਆ। ਫਿਰ ਦਰਵਾਜ਼ਾ ਉਹ ਜਿਹੜਾ ਖੁੱਲ੍ਹ ਜਾਂਦਾ ਹੈ, ਮੁਰਸ਼ਦ ਖੋਲ੍ਹ ਦਿੰਦਾ ਹੈ ਮੁਰੀਦ ਵਾਸਤੇ। ਬਿਲਕੁਲ ਇਵੇਂ ਹੀ ਅਧਿਆਤਮ ਜਿਹੜਾ ਹੈ, ਪਰਮਾਰਥ ਆ ਜਿਹੜਾ, ਗੁਰਮਤਿ ਜਿਹੜੀ ਆ, ਉਹਦਾ ਦਰਵਾਜ਼ਾ ਵੀ ਉਸ ਵਕਤ ਖੁੱਲ੍ਹਦਾ ਹੈ ਜਦੋਂ ਬੰਦੇ ਦੇ ਅੰਦਰੋਂ ਉਹਦੀ ਮੈਂ ਮੁੱਕ ਜਾਂਦੀ ਆ। ਅਬ ਤੂੰ ਹੀ ਮੈਂ ਨਹੀਂ। ਜਦੋਂ ਤੂੰ ਹੀ ਤੂੰ ਹੋ ਜਾਂਦਾ, ਮੈਂ ਬੰਦੇ ਦੀ ਦੂਰ ਹੁੰਦੀ ਆ। ਅਨਲ ਅਗਮ ਜੈਸੇ ਲਹਿਰ ਮਯੋ ਦਦ, ਜਲ ਕੇਵਲ ਜਲ ਮਾਹੀ। ਲਹਿਰਾਂ ਜਿਹੜੀਆਂ ਨੇ ਬਣਦੀਆਂ ਨੇ, ਮਿਟਦੀਆਂ ਨੇ, ਬਣਦੀਆਂ ਨੇ, ਮਿਟਦੀਆਂ ਨੇ। ਸਾਗਰ ਨਹੀਂ ਮਿਟਦਾ। ਹਨੇਰੀ ਆਉਂਦੀ ਆ, ਤਰੰਗਾਂ ਬਣਦੀਆਂ ਨੇ, ਉਛਾਲ ਆਉਂਦਾ, ਬੜਾ ਕੁਝ ਹੁੰਦਾ। ਪਰ ਜਦੋਂ ਸ਼ਾਂਤ ਹੁੰਦਾ ਉਹ ਜਵਾਰ ਭਾਟਾ, ਤੂਫਾਨ, ਉਦੋਂ ਜਲ ਕੇਵਲ ਜਲ ਮਾਹੀ। ਉਦੋਂ ਸਾਗਰ ਹੀ ਸਾਗਰ ਹੁੰਦਾ, ਪਾਣੀ ਪਾਣੀ ਹੁੰਦਾ। ਇੱਦਾਂ ਦਾ ਹੀ ਕੋਈ ਭਰਮ ਬੰਦੇ ਦੇ ਅੰਦਰ ਹੈ। ਮਾਧਵੇ ਕਿਆ ਕਹੀਐ ਭਰਮ ਐਸਾ। ਹੇ ਵਾਹਿਗੁਰੂ, ਕੀ ਕਹੀਏ ਮਾਧੋ ਜੀ, ਐਸਾ ਭਰਮ ਸਾਨੂੰ ਪਿਆ ਹੈ। ਜੈਸਾ ਮਾਨੀਐ ਹੋਏ ਨਾ ਤੈਸਾ। ਜਿੱਦਾਂ ਦਾ ਅਸੀਂ ਮੰਨੀ ਫਿਰਦੇ ਹਾਂ, ਉਹ ਚੀਜ਼ਾਂ ਉੱਦਾਂ ਦੀਆਂ ਨਹੀਂ ਹਨ। ਜਿੱਦਾਂ ਦੀਆਂ ਉਹ ਹੈਗੀਆਂ ਨੇ, ਉੱਦਾਂ ਦੀਆਂ ਅਸੀਂ ਉਹਨਾਂ ਨੂੰ ਦੇਖਦੇ ਨਹੀਂ। ਇੱਕ ਪੁਸਤਕ ਹੈ ਸੂਫੀ ਫਕੀਰ ਦੀ ਲਿਖੀ ਹੋਈ ਆ, ਉਹਨੂੰ ਕਹਿੰਦੇ ਨੇ ਮੀਰਦਾਦ ਦੀ ਪੁਸਤਕ, ਜਾਂ ਉਹਦਾ ਦੂਸਰਾ ਨਾਮ ਕਿਤਾਬ ਏ ਮੀਰਦਾਦ। ਇਵੇਂ ਦੋ ਨਾਮਾਂ ਦੇ ਨਾਲ ਉਹ ਪੜ੍ਹੀ ਜਾਂਦੀ ਆ, ਵਿਦਵਾਨ ਉਹਨੂੰ ਪੜ੍ਹਦੇ ਨੇ। ਉਹਦੇ ਵਿੱਚ ਇੱਕ ਬੜੀ ਪਿਆਰੀ ਗੱਲ ਲਿਖੀ ਹੋਈ ਆ। ਮੀਰਦਾਸ ਜੀ ਕਹਿੰਦੇ ਨੇ ਕਿ ਹੇ ਇਨਸਾਨ, ਤੇਰੀਆਂ ਜਿਹੜੀਆਂ ਅੱਖਾਂ ਨੇ ਨਾ, ਲੋੜ ਤੋਂ ਵੱਧ ਪਰਦਿਆਂ ਦੇ ਨਾਲ ਕੱਜੀਆਂ ਹੋਈਆਂ ਨੇ, ਢਕੀਆਂ ਹੋਈਆਂ ਨੇ। ਤੂੰ ਜੋ ਕੁਝ ਵੀ ਵੇਖਦਾ ਇੱਕ ਪਰਦਾ ਹੀ ਆ, ਸੱਚ ਨਹੀਂ ਹੈਗਾ। ਤੇਰੇ ਕੰਨ ਵੀ ਲੋੜ ਤੋਂ ਵੱਧ ਪਰਦਿਆਂ ਦੇ ਨਾਲ ਢਕੇ ਹੋਏ ਨੇ। ਜੋ ਤੂੰ ਸੁਣਦਾ ਹੈ ਉਹ ਵੀ ਇੱਕ ਪਰਦਾ ਹੀ ਆ, ਇੱਕ ਵਹਿਮ ਹੀ ਆ, ਇੱਕ ਭਰਮ ਹੀ ਆ। ਭਗਤ ਜੀ ਨੇ ਵੀ ਉਹੀ ਗੱਲ ਕਹੀ ਆ। ਮਾਧਵੇ ਰੱਬ ਜੀ, ਕਿਆ ਕਹੀਐ ਭਰਮ ਐਸਾ। ਕੀ ਮੈਂ ਕਹਾਂ, ਐਸਾ ਭਰਮ ਮੈਨੂੰ ਪੈ ਗਿਆ। ਜੈਸਾ ਮਾਨੀਐ ਹੋਏ ਨਾ ਤੈਸਾ। ਜਿਹੜੀਆਂ ਚੀਜ਼ਾਂ ਮੈਂ ਮੰਨੀ ਫਿਰਦਾ ਸੀ ਉਹ ਉੱਦਾਂ ਦੀਆਂ ਹੈ ਹੀ ਨਹੀਂ ਹੈਗੀਆਂ। ਜਿਨ੍ਹਾਂ ਨੂੰ ਮੈਂ ਮੰਨਿਆ ਉਹ ਹੈ ਨਹੀਂ, ਜਿਹਨੂੰ ਮੈਂ ਮੰਨਦਾ ਨਹੀਂ ਉਹ ਹੈ। ਜੈਸਾ ਮਾਨੀਐ ਹੋਏ ਨਾ ਤੈਸਾ। ਇਸ ਕਰਕੇ ਅੱਗੇ ਉਹਦੀ ਉਦਾਹਰਨ ਖੋਲ੍ਹ ਕੇ ਦਿੱਤੀ ਆ ਭਗਤ ਰਵਿਦਾਸ ਜੀ ਨੇ। ਕਈ ਵਾਰੀ ਸਾਨੂੰ ਸੁਪਨੇ ਆਉਂਦੇ ਨੇ, ਸੁਪਨਿਆਂ ਵਿੱਚ ਇਉਂ ਲੱਗੂ ਕਿ ਹੁਣ ਜੋ ਹੋ ਰਿਹਾ ਸੱਚ ਹੋ ਰਿਹਾ। ਅੱਖ ਖੁੱਲ੍ਹਦੀ ਆ, ਸੁਪਨਾ ਟੁੱਟਦਾ। ਕਈ ਵਾਰੀ ਧਰਵਕ ਜਾਂਦੇ ਆ, ਕਹਿੰਦੇ ਸ਼ੁਕਰ ਆ ਇਹ ਤਾਂ ਸੁਪਨਾ ਹੀ ਸੀ, ਸ਼ੁਕਰ ਆ ਇਹ ਤਾਂ ਸੁਪਨਾ ਹੀ ਸੀ। ਅਸੀਂ ਕਹਿੰਦੇ ਸੱਚ ਨਹੀਂ ਸੀ, ਪਰ ਉਦੋਂ ਜਦੋਂ ਸੁਪਨਾ ਆ ਰਿਹਾ ਸੀ ਉਦੋਂ ਤਾਂ ਸੱਚ ਲੱਗ ਰਿਹਾ ਸੀ। ਉਵੇਂ ਹੀ ਡਰੇ, ਉਵੇਂ ਹੀ ਪਸੀਨਾ ਆ ਗਿਆ, ਉਵੇਂ ਹੀ ਧਰਵਕ ਗਏ। ਕਿਉਂ ਸਭ ਹੋਇਆ? ਸੁਪਨੇ ਨੂੰ ਸੱਚ ਮੰਨਿਆ।
ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਭਗਤ ਰਵਿਦਾਸ ਜੀ ਫਰਮਾਉਂਦੇ ਨੇ, ਨਰਪਤ ਇੱਕ ਰਾਜਾ ਸੀ, ਕਹਿੰਦੇ ਸਿੰਘਾਸਨ ਤੇ ਬੈਠੇ ਬੈਠੇ ਨੂੰ ਆਰਾਮ ਕਰ ਰਿਹਾ ਸੀ ਤੇ ਨੀਂਦ ਆ ਗਈ। ਸੁਪਨੇ ਭਇਆ ਭਿਖਾਰੀ, ਸੁਪਨੇ ਦੇ ਵਿੱਚ ਉਹ ਵੀ ਭਿਖਾਰੀ ਬਣ ਗਿਆ ਸੀ ਰਾਜਾ ਬਣ ਗਿਆ ਭਿਖਾਰੀ। ਉਹਨੇ ਵੀ ਮੰਨ ਲਿਆ ਸੀ ਕਿ ਮੈਂ ਭਿਖਾਰੀ ਹਾਂ। ਸੁਪਨੇ 'ਚ ਇੱਕ ਕੁੱਕਰ ਨੇ ਉਹਨੂੰ ਕੱਟ ਲਿਆ, ਕੁੱਤੇ ਨੇ। ਇਲਾਜ ਕਰਵਾਉਣ ਲਈ ਵੈਦ ਕੋਲੇ ਗਿਆ। ਵੈਦ ਨੇ ਆਖਿਆ ਪਹਿਲਾਂ ਪੈਸੇ ਦੇ, ਇਲਾਜ ਫਿਰ ਹੋਣਾ ਤੇਰਾ। ਬਹੁਤ ਰੋਇਆ। ਅਸ਼ਤ ਰਾਜ ਬਿਸ਼ਰਤ ਦੁਖ ਪਾਇਆ, ਸੋਗਤ ਪਈ ਹਮਾਰੀ। ਕਹਿਣ ਲੱਗਾ ਜੀ ਅੱਜ ਮੇਰੇ ਕੋਲ ਪੈਸੇ ਹੁੰਦੇ ਨਾ ਤੇ ਤੂੰ ਮੇਰੇ ਘਰੇ ਚੱਲ ਕੇ ਆਉਣਾ ਸੀ। ਇਹ ਸਭ ਇੰਨਾ ਦੁਖੀ ਮੈਂ ਹਾਂ ਭਿਖਾਰੀ ਹੋ ਕੇ। ਰਾਜੇ ਨੂੰ ਇਹ ਸੁਪਨਾ ਆ ਰਿਹਾ। ਜਦੋਂ ਅੱਖ ਖੁੱਲ੍ਹਦੀ ਆ, ਚਾਰੇ ਪਾਸੇ ਪਹਿਰੇਦਾਰ ਖੜੇ ਨੇ, ਸੋਨੇ ਦਾ ਉਹਦਾ ਸਿੰਘਾਸਨ ਆ। ਇਸ ਕਰਕੇ ਕਹਿੰਦਾ ਮੈਂ ਤਾਂ ਸੁਪਨੇ 'ਚ ਭਿਖਾਰੀ ਬਣ ਕੇ ਰੋ ਪਿਆ ਸੀ ਤਾਂ ਮੈਂ ਰਾਜਾ, ਇੱਕ ਵਹਿਮ ਮੈਨੂੰ ਹੋ ਗਿਆ। ਇਹ ਤਾਂ ਰਾਜੇ ਦੀ ਉਦਾਹਰਨ ਲਈ ਆ ਭਗਤ ਜੀ ਨੇ, ਪਰ ਇਹ ਬੰਦੇ ਨੂੰ ਕਿਹਾ ਕਿ ਤੂੰ ਵੀ ਬੰਦਿਆ ਹੈਗਾ, ਰਾਜਾ ਹੀ ਆ। ਇਨਹੀਂ ਕੋ ਸਿਰਦਾਰ ਬਣਾऊं, ਤਬੇ ਗੋਬਿੰਦ ਸਿੰਘ ਨਾਮ ਕਹਾऊं। चिड़ियों से मैं बाज लड़ाऊं, तबे गोबिंद सिंह नाम कहाऊं। ਇਹ ਮਨੁੱਖ ਨੂੰ ਮੈਂ ਸਿਰਦਾਰ ਬਣਾਇਆ, ਚਿੜੀਆਂ ਤੋਂ ਬਾਜਾਂ ਨੂੰ ਤੜਵਾਇਆ ਲੜਾਇਆ। ਇਨਹੀਂ ਕੋ ਸਿਰਦਾਰ ਬਣਾऊं, ਤਬੇ ਗੋਬਿੰਦ ਸਿੰਘ ਨਾਮ ਕਹਾऊं। ਇਹ ਜੂਨੀ ਸਰਦਾਰਾਂ ਵਾਲੀ ਆ। ਮਨੁੱਖ ਜਨਮ ਬੜਾ ਚੰਗਾ ਹੈ। ਜਿਵੇਂ ਕਿ ਇੱਕ ਫਲ ਟਾਹਣੀ ਨਾਲੋਂ ਟੁੱਟ ਜਾਵੇ, ਵਾਰ-ਵਾਰ ਫਿਰ ਮੁੜ ਕੇ ਟਾਹਣੀ ਨਾਲ ਜੁੜਦਾ ਨਹੀਂ ਹੁੰਦਾ। ਵਾਰ-ਵਾਰ ਨਹੀਂ ਮਿਲਣੀ ਤੈਨੂੰ ਮਾਨਸ ਦੇਹੀ, ਮਾਨਸ ਦੇਹੀ। ਇੱਦਾਂ ਹੀ ਨਾ ਇਹ ਜਿਹੜਾ ਬੰਦੇ ਦਾ ਇੱਕ ਭਰਮ ਹੀ ਹੁੰਦਾ। ਜਿੰਨਾ ਸਮਾਂ ਬੰਦੇ ਨੂੰ ਸੁਪਨਾ ਟੁੱਟਣ ਤੇ ਸੱਚ ਬਾਰੇ ਪਤਾ ਲੱਗਦਾ ਕਿ ਮੈਂ ਤਾਂ ਐਵੇਂ ਹੀ ਰੋ ਰਿਹਾ ਸੀ ਸੁਪਨੇ 'ਚ, ਹੈ ਹੀ ਸੁਪਨਾ ਸੀ। ਬਸ ਇਤਨਾ ਕੁ ਫਰਕ ਆ ਅਗਿਆਨਤਾ ਤੇ ਗਿਆਨੀ ਹੋਣ 'ਚ। ਇਤਨਾ ਕੁ ਸਮਾਂ ਹੀ ਲੱਗਦਾ। ਕਈ ਵਾਰ ਕਈ ਬੜੀ ਛੇਤੀ ਬਦਲ ਜਾਂਦੇ ਨੇ ਸੰਗਤ ਕਰਕੇ। ਜਿਵੇਂ ਸੁਪਨਾ ਟੁੱਟਦੇ ਸਾਰ ਕਈ ਕਹਿੰਦੇ ਨੇ ਲੈ ਤਾਂ ਸੁਪਨਾ ਸੀ, ਕਈ ਕਹਿੰਦੇ ਨੇ ਲੈ ਤਾਂ ਮੇਰਾ ਭਰਮ ਸੀ, ਹੁਣ ਮੈਨੂੰ ਗਿਆਨ ਹੋ ਗਿਆ। ਸਾਡੀਆਂ ਅੱਖਾਂ ਲੋੜ ਤੋਂ ਵੱਧ ਹੀ ਪਰਦਿਆਂ ਦੇ ਨਾਲ ਕੱਜੀਆਂ ਹੋਈਆਂ ਨੇ। ਜੋ ਕੁਝ ਅਸੀਂ ਵੇਖਦੇ ਹਾਂ ਉਹ ਪਰਦਾ ਹੀ ਆ, ਸੱਚ ਨਹੀਂ ਹੈਗਾ। ਕਿਉਂਕਿ ਅੱਖਾਂ ਤੇ ਪਰਦੇ ਨੇ, ਅੱਖਾਂ ਤੇ ਉਹ ਚੀਜ਼ਾਂ ਨੇ ਜੋ ਦੇਖਦੇ ਆ ਉਹੀ ਦਿਖਦੀ ਆ, ਸੱਚ ਨਹੀਂ ਦਿਖਦਾ। ਅਸ਼ਤ ਰਾਜ ਬਿਸ਼ਰਤ ਦੁਖ ਪਾਇਆ, ਸੋਗਤ ਪਈ ਹਮਾਰੀ। ਇਵੇਂ ਹੀ ਫਿਰ ਬੰਦਾ, ਜਿਵੇਂ ਰਾਜਾ ਦੁਖੀ ਹੋਇਆ ਸੀ ਸੁਪਨੇ ਕਰਕੇ, ਬੰਦਾ ਆਪਦੇ ਭਰਮਾਂ ਕਰਕੇ ਦੁਖੀ ਆ। ਇਨਸਾਨ ਆਪਣੇ ਅਗਿਆਨਤਾ, ਅੰਧ ਵਿਸ਼ਵਾਸ, ਮੂਰਖ ਦਾ ਮੂੜਪੁਣਾ, ਆਪਣੇ ਜੰਜਾਲ ਕਰਕੇ, ਆਪਣੀਆਂ ਗੱਲਾਂ ਕਰਕੇ ਹੀ ਦੁਖੀ ਆ। ਇਹਨੂੰ ਦੁਖੀ ਹੋਣ ਲਈ ਦੂਜਿਆਂ ਦੀ ਲੋੜ ਵੀ ਨਹੀਂ। ਇਹ ਆਪਣੇ ਆਪ ਨੂੰ ਦੁਖੀ ਕਰਨ ਲਈ ਇਕੱਲਾ ਹੀ ਬਹੁਤ ਆ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਰਾਜ ਕਹਿੰਦੇ ਨੇ ਰੱਸੀ ਨੂੰ, ਭੁਯੰਗ ਸੱਪ ਨੂੰ। ਕਈ ਵਾਰੀ ਹਨੇਰੇ ਵਿੱਚ ਪਈ ਹੋਈ ਰੱਸੀ ਵੀ ਇਉਂ ਲੱਗੇਗੀ ਜਿਵੇਂ ਸਰਪ ਹੁੰਦੀ ਆ, ਸੱਪ ਦੇ ਵਾਂਗ ਪ੍ਰਤੀਤ ਹੁੰਦੀ ਆ। ਉਹ ਵੀ ਇੱਕ ਵਹਿਮ ਹੀ ਹੁੰਦਾ। ਕਈ ਵਾਰੀ ਹਨੇਰੇ 'ਚ ਖੜੇ ਹੋਏ ਦਰਖਤ ਇਨਸਾਨ ਲੱਗਦੇ ਨੇ, ਲਟੇਰੇ ਲੱਗਦੇ ਨੇ। ਹਨੇਰੇ ਜਾਈਏ ਵਹਿਮ ਹੁੰਦਾ। ਨੇੜੇ ਜਾਂਦੇ ਆ ਸੱਪ, ਫਿਰ ਰੱਸੀ ਲੱਗਦਾ, ਕਹਿੰਦੇ ਆ ਸੱਪ ਸੀ, ਰੱਸੀ ਸੀ, ਸੱਪ ਸਮਝ ਕੇ ਡਰੀ ਗਏ। ਦਰਖਤ ਸੀ, ਲਟੇਰੇ ਸਮਝ ਕੇ ਡਰੀ ਗਏ। ਇੱਦਾਂ ਹੀ ਕੁਝ ਵਹਿਮ ਆ ਬੰਦੇ ਨੂੰ। ਅਬ ਕਛ ਮਰਮ ਜਨਾਇਆ। ਵਹਿਮ ਟੁੱਟਦਿਆਂ ਜਿਤਨਾ ਸਮਾਂ ਲੱਗਦਾ ਹੈ, ਉਤਨਾ ਸਮਾਂ ਹੀ ਅਗਿਆਨੀ ਹੋਣ ਤੋਂ ਗਿਆਨੀ ਹੋਣ ਵਿੱਚ ਲੱਗਦਾ ਹੈ। ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਤੇ ਕਹਿਨ ਨਾ ਆਇਆ। ਫਿਰ ਅੱਗੇ ਉਦਾਹਰਨ ਦੇ ਦਿੱਤੀ ਆ ਭਗਤ ਜੀ ਨੇ।
ਅਨਕ ਕਟਕ। ਬਹੁਤ ਤਰ੍ਹਾਂ ਦੇ ਗਹਿਣੇ ਹੁੰਦੇ ਨੇ, ਸੋਨੇ ਤੋਂ ਬਣੇ ਹੋਏ। ਕੜਾ ਹੁੰਦਾ, ਮੁੰਦਰੀ ਹੁੰਦੀ ਆ, ਕੰਨਾਂ 'ਚ ਪਾਉਣ ਵਾਲੇ, ਗਲਾਂ 'ਚ ਪਹਿਨਣ ਵਾਲਾ ਹਾਰ, ਪੈਰਾਂ 'ਚ ਪਾਉਣ ਵਾਲੇ ਅਨੇਕਾਂ ਹੀ ਤਰ੍ਹਾਂ ਦੇ ਹੁੰਦੇ ਨੇ। ਪਰ ਜਦੋਂ ਉਹਨਾਂ ਨੂੰ ਭੱਠੀ 'ਚ ਚੁੱਕ ਕੇ ਸੁੱਟੀਏ ਤੇ ਉਹ ਸੋਨਾ ਕਹਾਉਂਦੇ ਨੇ। ਇਸ ਕਰਕੇ ਸੋਨਾ ਹੈ, ਸੋਨੇ ਤੋਂ ਬਣੇ ਗਹਿਣੇ ਨੇ। ਵੱਖ-ਵੱਖ ਆਕਾਰ ਹੋਣ ਕਰਕੇ ਆਪਾਂ ਉਹਨਾਂ ਨੂੰ ਨਾਮ ਦਿੰਦੇ ਹਾਂ, ਪਰ ਹੈਗੇ ਤਾਂ ਉਹ ਸੋਨਾ ਹੀ ਨੇ। ਇਸ ਕਰਕੇ ਦੁਨੀਆ ਵਿੱਚ ਬਹੁਤ ਤਰ੍ਹਾਂ ਦੇ ਜੀਅ ਜੰਤ ਨੇ, ਪਰਮਾਤਮਾ ਦੇ ਬਣਾਏ ਹੋਏ ਭਾਂਡੇ ਨੇ, ਗਹਿਣੇ ਨੇ। ਇਹ ਵੱਖਰੇ ਵੱਖਰੇ ਲੱਗਦੇ ਨੇ, ਪਰ ਇਹ ਬੀ ਨਾਲ ਜੁੜੀ ਹੋਈ ਆ, ਬੀ ਜਾ ਕੇ ਜੈਡ ਨਾਲ ਜੁੜੀ ਹੋਈ ਆ, ਜੈਡ ਜਾ ਕੇ ਈ ਨਾਲ ਜੁੜੀ ਹੋਈ ਆ, ਊੜਾ ਜਾ ਕੇ ਕੱਕੇ ਨਾਲ ਜੁੜਿਆ ਹੋਇਆ, ਕੱਕਾ ਜਾ ਕੇ ਤੇ ਤੱਤੇ ਨਾਲ ਜੁੜਿਆ। ਇੱਕ ਚੀਜ਼ਾਂ ਇੱਥੇ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਜਿਵੇਂ ਸੋਨਾ, ਸੋਨੇ ਤੋਂ ਬਣੇ ਗਹਿਣੇ ਵੱਖ ਨਹੀਂ ਹੈਗੇ ਸੋਨੇ ਤੋਂ, ਸੋਨਾ ਹੀ ਨੇ। ਉਹਨਾਂ ਨੂੰ ਭੱਠੀ 'ਚ ਪਾ ਦਿਓ, ਸਾਰਿਆਂ ਨੂੰ ਇਕੱਠੇ ਕਰਕੇ, ਕੋਈ ਕੜਾ ਹੈ, ਕੋਈ ਮੁੰਦਰੀ ਹੈ, ਕੋਈ ਗਲ ਦਾ ਹਾਰ ਆ, ਕੋਈ ਸਿਰ 'ਤੇ ਪਹਿਨਣ ਵਾਲਾ ਹੈ, ਤਾਂ ਉਹ ਸੋਨਾ ਹੀ ਬਣ ਜਾਣਗੇ। ਇੱਦਾਂ ਹੀ ਇਹ ਦੁਨੀਆ ਜਿਹੜੀ ਆ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ। ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੰਭਾਰੇ। ਸਭ ਮੈਂ ਸਾਚਾ ਏਕੋ ਸੋਈ, ਤਿਸਕਾ ਕੀਆ ਸਭ ਕਛ ਹੋਈ। ਅਲਹ ਲਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ। ਕਹਿ ਕਬੀਰ ਮੇਰੀ ਸ਼ੰਕਾ ਨਾਸੀ, ਸਰਬ ਨਿਰੰਜਨ ਡੀਠਾ। ਕਬੀਰ ਸਾਹਿਬ ਜੀ ਕਹਿੰਦੇ, ਮੈਂ ਇੱਕ ਦਿਨ ਤੁਰਿਆ ਜਾ ਰਿਹਾ ਸੀ। ਉਹਨਾਂ ਦੇ ਜੀਵਨ ਦੀ ਇੱਕ ਗਾਥਾ ਹੈ, ਸਾਖੀ ਆ, ਕਹਾਣੀ ਕਹਿ ਲਵੋ, ਬਬਾਣੀਆਂ ਕਹਾਣੀਆਂ ਕਹਿ ਲਵੋ, ਜੀਵਨ ਦੀ ਘਟਨਾ ਕਹਿ ਲਓ, ਹੱਡ ਬੀਤੀ ਕਹਿ ਲਵੋ, ਇੱਕ ਗੱਲ ਹੀ ਆ। ਤੁਰੇ ਜਾ ਰਹੇ ਸੀ, ਇੱਕ ਘੁਮਿਆਰ ਨੂੰ ਕਹਿੰਦੇ ਮੈਂ ਦੇਖਿਆ, ਬਰਤਨ ਬਣਾ ਰਿਹਾ ਸੀ ਮਿੱਟੀ ਤੋਂ। ਪਹਿਲਾਂ ਉਹਨੇ ਸਰਾਹੀ ਬਣਾਈ, ਫਿਰ ਉਹਨੇ ਦੀਵੇ ਬਣਾਏ, ਫਿਰ ਉਹਨੇ ਘੜਾ ਬਣਾਇਆ, ਫਿਰ ਉਹਨੇ ਇੱਦਾਂ ਚਾਟੀ ਬਣਾ ਦਿੱਤੀ, ਫਿਰ ਗਲਾਸ ਬਣਾ ਦਿੱਤੇ। ਇੱਦਾਂ ਕੀਤਾ ਉਸਨੇ। ਕਹਿੰਦੇ ਮੈਂ ਸੋਚਿਆ ਮਨਾ, ਮਿੱਟੀ ਇੱਕਾ ਮਾਟੀ ਏਕ, ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ। ਇਹਨੇ ਕਿਵੇਂ ਵੱਖ-ਵੱਖ ਭਾਂਡੇ ਬਣਾਏ, ਫਿਰ ਪਕਾਏ। ਹੁਣ ਉਹਨਾਂ ਨੂੰ ਕੋਈ ਮਿੱਟੀ ਨਹੀਂ ਕਹਿੰਦਾ, ਕੋਈ ਗਲਾਸ ਕਹਿੰਦਾ, ਕੋਈ ਕੌਲੀ ਕਹਿੰਦਾ, ਕੋਈ ਘੜਾ ਕਹਿੰਦਾ, ਕੋਈ ਚਾਟੀ ਕਹਿੰਦਾ, ਕੋਈ ਸਰਾਹੀ ਕਹਿੰਦਾ, ਕੋਈ ਦੀਵਾ ਕਹਿੰਦਾ। ਮਿੱਟੀ ਇੱਕ ਹੀ ਆ। ਕਹਿੰਦੇ ਫਿਰ ਮੇਰੇ ਮਨ 'ਚ ਖਿਆਲ ਆਇਆ, ਪਰਮਾਤਮਾ ਨੇ, ਅਸੀਂ ਵੀ ਮਿੱਟੀ ਹੋਈ ਸੀ, ਇੱਕੋ ਜੀ ਮਿੱਟੀ। ਸਾਨੂੰ ਵੀ ਗੁੰਨਿਆ, ਸਾਡੇ 'ਚ ਵੀ ਪਾਣੀ ਪਾਇਆ, ਸਾਨੂੰ ਵੀ ਚੱਕ 'ਤੇ ਰੱਖਿਆ, ਸਾਨੂੰ ਵੀ ਘੁਮਾਇਆ। 9 ਮਹੀਨੇ ਮਾਂ ਦੇ ਉਦਰ ਵਿੱਚ ਰਹੇ, ਇਤਨਾ ਸਮਾਂ ਲੱਗਾ ਪਕਾਇਆ। ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਮਾਟੀ ਸੰਗਰੂਲੇ। ਖਸਮ ਵਿਸਾਰ ਦੁਨੀ ਚਿਤ ਲਾਇਆ। ਇੱਦਾਂ ਕਰਕੇ ਫਿਰ ਸਾਡਾ ਵੀ ਜਨਮ ਹੋਇਆ। ਹੁਣ ਲੋਕ ਸਾਨੂੰ ਮਿੱਟੀ ਮਿੱਟੀ ਨਹੀਂ ਕਹਿੰਦੇ, ਸਾਡੇ ਨਾਮ ਰੱਖੇ ਨੇ ਜਿਵੇਂ ਉਹ ਭਾਂਡਿਆਂ ਦੇ ਨਾਮ ਸੀਗੇ। ਮਿੱਟੀ, ਕੋਈ ਗਲਾਸ, ਕੋਈ ਘੜਾ ਕਹਾਉਂਦਾ, ਕਬੀਰ ਮਾਟੀ ਕੇ ਹਮ ਪੂਤਰੇ, ਮਾਨਸ ਰਾਖਿਓ ਨਾਉ। ਸੀਗੇ ਤਾਂ ਮਿੱਟੀ, ਮਾਂ ਪਿਓ ਨੇ, ਦਾਦਾ ਦਾਦੀ ਨੇ ਨਾਂ ਹੀ ਰੱਖਤਾ। ਫਰਕ ਇੰਨਾ ਹੀ ਆ। ਇਹ ਚੀਜ਼ਾਂ ਜਿਹੜੀਆਂ ਨੇ ਨਾ ਗੁਰਸਿੱਖ ਪਿਆਰਿਓ, ਇਹ ਸੰਗਤ ਬਿਨਾਂ ਬੰਦੇ ਨੂੰ ਨਹੀਂ ਪਤਾ ਲੱਗਦੀਆਂ। ਸੰਗਤ ਕਿਹਨੇ ਕਰਨੀ ਆ? ਮੰਨ ਲਓ ਕਥਾ ਕੀਰਤਨ ਹੋ ਰਿਹਾ, ਇਹ ਕਿੱਥੇ ਪਹੁੰਚੇਗਾ? ਕੀ ਇਹ ਪੇਟ ਵਿੱਚ ਜਾਵੇਗਾ? ਕਥਾ ਕੀਰਤਨ ਗੁਰਮਤਿ ਕੋਈ ਗੱਲਾਂ ਹੋ ਰਹੀਆਂ ਨੇ, ਕੋਈ ਬਾਣੀ ਪੜ੍ਹੀ ਜਾ ਰਹੀ, ਆਪਾਂ ਸੁਣ ਰਹੇ ਹਾਂ, ਇਹ ਕਿੱਥੇ ਜਾਣਗੀਆਂ? ਕੀ ਇਹ ਪੇਟ ਵਿੱਚ ਜਾਣਗੀਆਂ? ਕਿ ਢਿੱਡ ਨੂੰ ਇਹਦੀ ਲੋੜ ਹੈ? ਨਹੀਂ, ਢਿੱਡ ਨੂੰ ਰੋਟੀ ਦੀ ਲੋੜ ਆ। ਕੀ ਫਿਰ ਕਾਹਦੀ ਲੋੜ ਹੈ? ਪੇਟ ਨੂੰ ਪਾਣੀ ਦੀ ਲੋੜ ਆ। ਕਿੱਥੇ ਜਾਊਗੀ ਇਹ ਕਥਾ? ਇਹ ਸਾਡੀ ਆਤਮਾ ਵਿੱਚ ਜਾਊਗੀ। ਕੰਨਾਂ ਰਾਹੀਂ ਕਿੱਥੇ ਜਾਊਗੀ? ਸਾਡੇ ਮਨ 'ਚ ਵਸੂਗੀ।
ਸਰੀਰ ਦੀ ਇਹ ਬਿਲਕੁਲ ਖੁਰਾਕ ਹੀ ਨਹੀਂ ਹੈਗੀ। ਜੇ ਹੁੰਦੀ ਨਾ, ਭਾਈ ਮਰਦਾਨਾ ਜੀ ਕਦੇ ਨਾ ਕਹਿੰਦੇ ਬਾਬਾ ਪਹਿਲਾਂ ਰੋਟੀ ਦੇ, ਰਬਾਬ ਦੀ ਤਾਰ ਫਿਰ ਵੱਜਣੀ ਆ। ਕਬੀਰ ਸਾਹਿਬ ਨਾ ਕਹਿੰਦੇ ਭੂਖੇ ਭਗਤ ਨ ਕੀਜੈ, ਜੈ ਮਾਲਾ ਆਪਣੀ ਲੀਜੈ। ਅਸੀਂ ਪਤਾ ਕੀ ਕਰਦੇ ਹਾਂ, ਉਲਟੀਆਂ ਗੱਲਾਂ ਹੋ ਜਾਂਦੀਆਂ ਕਈ ਵਾਰ। ਮੈਂ ਮਹਾਂਪੁਰਸ਼ਾਂ ਨੂੰ ਪੜ੍ਹ ਰਿਹਾ ਸੀ, ਕਹਿੰਦੇ ਉਲਟ ਬਾਸੀਆਂ ਸ਼ਬਦ ਵਰਤੇ ਆ। ਕਹਿੰਦੇ ਬੰਦਾ ਬਹੁਤ ਕਰਦਾ, ਸਰੀਰ ਨੂੰ ਰਜਾਉਂਦਾ ਹੈ ਬਾਣੀ ਨਾਲ, ਸਰੀਰ ਨੂੰ ਰਜਾਉਂਦਾ ਹੈ ਕੀਰਤਨ ਨਾਲ, ਜਦੋਂ ਕਿ ਉਹਦੀ ਖੁਰਾਕ ਹੀ ਨਹੀਂ। ਮਨ ਨੂੰ ਰਜਾਉਂਦਾ ਹੈ ਚੀਜ਼ਾਂ ਨਾਲ, ਉਹ ਵੀ ਉਹਦੀ ਖੁਰਾਕ ਨਹੀਂ। ਸਰੀਰ ਦੀ ਖੁਰਾਕ 3.5 ਮਣ ਦੇਹੋਰੀ, ਚੱਲੇ ਪਾਣੀ ਅੰਨ, ਪਾਣੀ ਤੇ ਅੰਨ ਭੋਜਨ। ਇਹ ਪੈਟਰੋਲ ਆ ਇਹ ਸਰੀਰ ਦਾ, ਇਹਦੇ ਨਾਲ ਇਹ ਗੱਡੀ ਰਿੜ੍ਹਦੀ ਆ, ਇਦੋਂ ਬਿਨਾਂ ਇਹ ਚੱਲਦੀ ਨਹੀਂ, ਫਰੀਦ ਸਾਹਿਬ ਜੀ ਕਹਿੰਦੇ ਨੇ। ਤੇ ਜਿਹੜਾ ਮਨ ਆ, ਮਨ ਦੀ ਖੁਰਾਕ ਬਾਣੀ ਆ, ਸਰੀਰ ਦੀ ਖੁਰਾਕ ਪਾਣੀ ਆ, ਭੋਜਨ ਆ। ਮਨ ਦੀ ਖੁਰਾਕ ਭਜਨ ਹੈ, ਬਾਣੀ ਆ। ਉਲਟ ਨਾ ਕਰੋ, ਬਾਣੀ ਇਹ ਕਹਿ ਰਹੀ ਆ ਉਲਟ ਨਾ ਕਰੋ। ਅਸੀਂ ਸਰੀਰ ਨੂੰ ਰਜਾਈ ਜਾਂਦੇ ਹਾਂ ਕਿ ਬਾਣੀ ਨਾ ਰੱਜ ਜੇਗਾ, ਉਹਦੀ ਖੁਰਾਕ ਨਹੀਂ। ਮਨ ਸਾਡਾ ਗੁਰਦੁਆਰੇ ਆਉਂਦਾ ਨਹੀਂ ਹੈਗਾ, ਉਹ ਕਿਤੇ ਹੋਰ ਹੀ ਪਿਆ ਹੁੰਦਾ। ਸਰੀਰ ਇਹ ਚੀਜ਼ ਸੁਣੀ ਜਾਂਦਾ, ਸਰੀਰ ਦੀ ਇਹ ਖੁਰਾਕ ਨਹੀਂ ਹੁੰਦੀ। ਬਦਲਣਾ ਮਨ ਨੇ ਸੀ, ਬਦਲਣਾ ਰੂਹ ਨੇ ਸੀ, ਉਹ ਬਦਲਦੀ ਨਹੀਂ ਹੈਗੀ। ਫਿਰ ਕਹਿਣਾ ਪਵੇਗਾ ਨੋ ਚੇਂਜ ਹੁੰਦੀ ਆ ਬੰਦੇ ਵਿੱਚ। 70 ਸਾਲ ਸੰਗਤ ਕੀਤੀ ਮੈਂ, 80 ਸਾਲ ਬਦਲਿਆ ਮੈਂ ਭੋਰਾ ਵੀ ਨਹੀਂ ਹੈਗਾ। ਇਹੀ ਵੱਡਾ ਕਾਰਨ ਵਿਦਵਾਨਾਂ ਨੇ ਇਹੀ ਲਿਖਿਆ। ਮਹਾਂਪੁਰਸ਼ ਕਹਿੰਦੇ ਬੰਦਾ ਉਲਟ ਕਰਦਾ। ਸਾਡੀਆਂ ਅੱਖਾਂ ਲੋੜ ਤੋਂ ਵੱਧ ਪਰਦਿਆਂ ਨਾਲ ਕੱਜੀਆਂ ਹੋਈਆਂ ਨੇ। ਜੋ ਦੇਖਦੇ ਆ ਇੱਕ ਪਰਦਾ ਹੀ ਆ, ਸੱਚ ਵੀ ਅਸੀਂ ਦੇਖਦੇ ਨਹੀਂ। ਕਿਉਂਕਿ ਸੱਚ ਤੇ ਸਾਡੇ ਵਿਚਕਾਰ ਇੱਕ ਕੰਧ ਆ। ਜਪਜੀ ਸਾਹਿਬ ਦੇ ਵਿੱਚ ਗੱਲਾਂ ਲਿਖੀਆਂ ਹੋਈਆਂ ਨੇ। ਸ਼ੁਰੂ 'ਚ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਕੂੜ ਦੀ ਕੰਧ ਆ, ਕੂੜੇ ਦੀ ਕੰਧ ਆ ਸਾਡੇ ਤੇ ਸੱਚ ਦੇ ਵਿਚਾਲੇ। ਜਦੋਂ ਅਸੀਂ ਦੇਖਦੇ ਹਾਂ, ਅਸੀਂ ਕੂੜ ਹੀ ਦੇਖਦੇ ਹਾਂ, ਪਰਦਾ ਹੀ ਆ ਉਹ, ਸੱਚ ਨਹੀਂ ਅਸੀਂ ਵੇਖ ਪਾਉਂਦੇ। ਉਹ ਕੰਧ ਢਹੂਗੀ ਫਿਰ ਸਾਨੂੰ ਸੱਚ ਦਿਖੇਗਾ। ਜਿਵੇਂ ਆਮ ਨਾ ਇੱਕ ਐਨਕਾਂ ਹੁੰਦੀਆਂ, ਇੱਕ ਦੁਨਿਆਵੀ ਉਦਾਹਰਨ ਆ, ਸਮਝ ਜਾਓਗੇ ਇਵੇਂ ਵੱਧ ਹੋਰ ਵੀ। ਉਹ ਕਈ ਰੰਗਾਂ ਦੇ ਵਿੱਚ ਬਾਜ਼ਾਰ 'ਚ ਮਿਲਦੀਆਂ। ਅਸਮਾਨ ਜਦੋਂ ਆਪਾਂ ਦੇਖੀਏ ਫਿਰ ਉਹ ਐਨਕ ਦਾ ਜਿਹੜਾ ਰੰਗ ਹੁੰਦਾ ਉਵੇਂ ਹੀ ਦਿੰਦਾ। ਅਸਮਾਨ ਮੰਨ ਲਓ ਨੀਲਾ ਹੈ ਜਾਂ ਕਾਲੇ ਬੱਦਲ ਛਾਏ ਨੇ, ਫਿਰ ਉਵੇਂ ਨਹੀਂ ਦਿਖੇਗਾ। ਜਿਹੋ ਜੀ ਕਿਸੇ ਨੇ ਐਨਕ ਲਾਈ ਆ ਉੱਦਾਂ ਦਾ ਹੀ ਉਹਨੂੰ ਦਿਖੇਗਾ। ਰਵਿਦਾਸ ਜੀ ਨੇ ਇਹੀ ਗੱਲ ਦੱਸੀ ਆ। ਕਹਿੰਦੇ ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਨ ਨ ਆਇਆ। ਮਾਧਵੇ ਕਿਆ ਕਹੀਏ ਭਰਮ ਐਸਾ। ਐਸਾ ਭਰਮ ਬੰਦਿਆ ਤੇਰੇ ਅੰਦਰ ਲੱਗਿਆ ਹੋਇਆ, ਜੋ ਤੂੰ ਦੇਖਦਾ ਸੱਚ ਤੂੰ ਵੇਖ ਹੀ ਨਹੀਂ ਪਾਉਂਦਾ, ਸੱਚ ਤੂੰ ਸੁਣ ਨਹੀਂ ਪਾਉਂਦਾ। ਲੋੜ ਨਾਲੋਂ ਵੱਧ ਕੰਨ ਜਿਹੜੇ ਨੇ ਪਰਦਿਆਂ ਨਾਲ ਢਕੇ ਹੋਏ ਨੇ, ਲੋੜ ਨਾਲੋਂ ਵੱਧ ਅੱਖਾਂ ਕੱਜੀਆਂ ਹੋਈਆਂ ਨੇ ਪਰਦਿਆਂ ਨਾਲ। ਨਾ ਸੱਚ ਦਿਖਦਾ ਹੈ, ਨਾ ਹੀ ਸੱਚ ਸੁਣਦਾ ਹੈ। ਸਾਨੂੰ ਪਰ ਲੱਗਦਾ ਉਹ ਸੱਚ ਆ। ਇਸ ਕਰਕੇ ਹਮੇਸ਼ਾ ਹੀ ਜਿਹੜੇ ਰੱਬ ਦੇ ਪਿਆਰੇ ਨੇ ਉਹ ਸਾਨੂੰ ਇੱਕ ਸੋਹਣੀ ਜ਼ਿੰਦਗੀ ਦੇਣਾ ਚਾਹੁੰਦੇ ਹੁੰਦੇ ਨੇ। ਆਪਣੀਆਂ ਗੱਲਾਂ ਰਾਹੀਂ ਕਥਾ ਸੁਣਾਂਗੇ ਕਿੱਥੇ ਜਾਊਗੀ, ਇਹ ਕਿੱਥੇ ਇਹਦਾ ਅਸਲੀ ਜਗ੍ਹਾ, ਇਹਦਾ ਮਨ ਹੀ ਟਿਕਾਣਾ ਹੈ। ਸਰੀਰ ਪੇਟ 'ਚ ਨਹੀਂ ਇਹ ਖੜਨੀ, ਨਾ ਇਹ ਗਲ 'ਚ ਰੁਕਣੀ ਆ। ਕੰਨਾਂ ਰਾਹੀਂ ਇਹ ਅੰਦਰ ਜਾਊਗੀ, ਤੁਹਾਡੇ ਅੰਦਰ ਟਿਕੂਗੀ। ਚੀਜ਼ ਸੁਣਨੀ ਸੌਖੀ ਆ, ਉਹਨੂੰ ਮਨ 'ਚ ਟਿਕਾਉਣਾ ਬੜਾ ਔਖਾ ਹੈ। ਜਿਵੇਂ ਕਹਿੰਦੇ ਆ ਕਿ ਚੀਜ਼ ਸਿੱਖਣੀ ਬੜੀ ਸੌਖੀ ਆ, ਪਰ ਹੰਕਾਰ ਮੁਕਤ ਹੋ ਕੇ ਜ਼ਿੰਦਗੀ ਜਿਉਣੀ ਬੜੀ ਔਖੀ ਆ। ਪਦਵੀ 'ਤੇ ਬਹਿਣਾ ਸੌਖਾ ਹੈ, ਪਰ ਪਦਵੀ ਹੰਕਾਰ ਤੋਂ ਬਿਨਾਂ ਸੇਵਾ ਕਰਨੀ ਸਮਾਜ ਦੀ ਹੋਵੇ ਤਾਂ ਇਹ ਬੜੀ ਔਖੀ ਆ। ਇਸ ਕਰਕੇ ਕਿਹਾ ਜਾਂਦਾ ਭਲਾਈ ਕਰਨੀ ਪਦਵੀ ਮਾਨਣ ਤੋਂ ਵੱਧ ਅਹਿਮੀਅਤ ਰੱਖਦੀ ਹੈ। ਕਿਸੇ ਦੀ ਮੰਨ ਲਓ ਤੁਸੀਂ ਭਲਾਈ ਕਰਦੇ ਹੋ, ਭਾਵੇਂ ਆਪਾਂ ਕਹਿ ਦਿੰਦੇ ਹਾਂ ਜ਼ਮਾਨਾ ਨਹੀਂ ਰਿਹਾ ਭਲਾਈ ਦਾ, ਪਰ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ। ਪਤਾ ਕਿਹਦੇ ਲਈ? ਤੁਹਾਡੇ ਲਈ, ਤੁਹਾਡੀ ਸਿਹਤ ਲਈ, ਤੁਹਾਡੇ ਮਨ ਲਈ। ਜੇ ਉਹ ਨਹੀਂ ਠੀਕ ਤਾਂ ਕੁਝ ਵੀ ਨਹੀਂ ਠੀਕ।
ਅਮੀਰ ਬੰਦੇ ਹੁੰਦੇ ਨੇ ਨਾ, ਅਮੀਰ ਬੰਦੇ, ਧਨਾੜ ਬੰਦੇ, ਵੱਡੇ ਵੱਡੇ ਜੋ ਦਿਸੈ ਲੋਕ, ਵੱਡੇ ਕੌਣ ਨੇ? ਜਿਹੜੇ ਮਾਇਆ ਕਰਕੇ ਵੱਡੇ ਕਹਿੰਦੇ ਨੇ ਆਪਣੇ ਆਪ ਨੂੰ, ਉਹ ਸੁਖੀ ਨਹੀਂ ਹੈਗੇ। ਪਤਾ ਕਿਉਂ? ਉਹਨਾਂ ਦਾ ਮਨ ਨਹੀਂ ਠੀਕ। ਮੇਰਾ ਮਨ ਠੀਕ ਆ, ਮੈਂ ਚਾਹੇ ਬਾਣ ਦੇ ਮੰਜੇ ਤੇ ਪਿਆ, ਮੇਰਾ ਸਭ ਠੀਕ ਆ। ਮੈਂ ਸੋਨੇ ਦੇ ਸਿੰਘਾਸਨ ਤੇ ਬੈਠਾ, ਮੇਰਾ ਅੰਦਰ ਠੀਕ ਨਹੀਂ ਤਾਂ ਮੇਰਾ ਕੁਝ ਵੀ ਠੀਕ ਨਹੀਂ। ਗੁਰੂ ਸਾਹਿਬ ਤੁਹਾਡਾ ਅੰਦਰ ਠੀਕ ਕਰਦੇ ਨੇ। ਉੱਥੇ ਤੱਕ ਡਾਕਟਰ ਦੀ ਪਹੁੰਚ ਨਹੀਂ ਹੁੰਦੀ। ਡਾਕਟਰ ਉੱਪਰੋਂ ਇਲਾਜ ਕਰ ਦਿੰਦਾ, ਵੱਧ ਤੋਂ ਵੱਧ ਉਹ ਦਵਾਈ ਦੇ ਦੇਵੇਗਾ, ਇੱਕ ਸਟ੍ਰੈਸ ਫਰੀ ਦੀਆਂ ਗੋਲੀਆਂ ਨੇ, ਚਲੋ ਉਹ ਦੇ ਦੂਗਾ। ਪਰ ਜਿਹੜੀ ਤੁਸੀਂ ਆਪ ਉਦਮ ਕਰਕੇ ਠੀਕ ਕਰਨੀ ਆ, ਉਹ ਗੁਰੂ ਮਹਾਰਾਜ ਜੀ ਦੀ ਬਾਣੀ ਹੋਈ ਆ। ਉਹਨੂੰ ਹੀ ਆਪਾਂ ਸਿਫਤ ਸਲਾਹ ਕਹਿ ਲਓ, ਉਹਨੂੰ ਤੁਸੀਂ ਸਿਮਰਨ ਕਹਿ ਲਓ, ਉਹਨੂੰ ਤੁਸੀਂ ਉਹਦੀ ਬੰਦਗੀ ਕਹਿ ਲਓ, ਉਹਨੂੰ ਤੁਸੀਂ ਕਹਿ ਲਓ ਉਹਦੀ ਯਾਦ 'ਚ ਜੁੜਨਾ, ਉਹਨੂੰ ਕਹਿ ਲਓ ਕਿ ਪਿਆਰ ਕਰਨਾ। ਇਸ ਕਰਕੇ ਇਹ ਚੀਜ਼ਾਂ ਦੇ ਨਾਲ ਹੀ ਅਸੀਂ ਅੰਦਰੋਂ ਸੋਹਣੇ ਬਣ ਸਕਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਬੰਦਾ, ਸ਼ੇਖ ਫਰੀਦ ਜੀ ਕਹਿੰਦੇ ਬਾਹਰੋਂ ਸੋਹਣਾ ਹੋਣ ਦਾ ਯਤਨ ਬਹੁਤ ਕਰਦਾ ਹੈ, ਬਹੁਤ ਕਰਦਾ। ਕਿਤੇ ਤੂੰ ਸਿੱਖਾ ਅੰਦਰੋਂ ਸੋਹਣਾ ਹੋਣ ਦਾ ਯਤਨ ਕਰ ਲਵੀਂ, ਤੂੰ ਉਹਨੂੰ ਭਾ ਜਾਵੇਂਗਾ, ਤੂੰ ਕਬੂਲ ਵੀ ਹੋ ਜਾਵੇਂਗਾ। ਮੈਨੂੰ ਉਹਨਾਂ ਦੀ ਇੱਕ ਜੀਵਨ ਦੀ ਘਟਨਾ ਯਾਦ ਆ ਗਈ। ਦੇਖੋ, ਸਭ ਤੋਂ ਪਹਿਲਾ ਕਦਮ ਅੱਧੀ ਯਾਤਰਾ ਹੁੰਦੀ ਆ। ਮੈਂ ਘਰੇ ਬੈਠਾ, ਮੈਂ ਤੁਰਿਆ ਨਹੀਂ, ਪਰ ਮੈਂ ਪਹਿਲਾ ਕਦਮ ਗੁਰੂ ਵੱਲ ਆ ਗਿਆ। ਇਹ ਮੇਰੀ ਅੱਧੀ ਯਾਤਰਾ। ਜੇ ਮੈਂ ਪਹਿਲਾ ਕਦਮ ਹੀ ਨਹੀਂ ਪੁੱਟਿਆ ਤੇ ਮੈਂ ਪਹੁੰਚਾਂਗਾ ਕਿਵੇਂ? ਪਹਿਲਾ ਕਦਮ ਤੁਹਾਡਾ ਪੁੱਟਿਆ ਗੁਰੂ ਵੱਲ, ਤੁਹਾਡੀ ਅੱਧੀ ਯਾਤਰਾ ਪੂਰੀ ਕਰਦਾ। ਯਾਤਰਾ ਜਿੰਨੀ ਮਰਜ਼ੀ ਵੱਡੀ ਹੋਵੇ। ਸ਼ੇਖ ਫਰੀਦ ਜੀ ਦੀ ਜੀਵਨ ਦੀ ਇੱਕ ਗਾਥਾ ਮੈਂ ਪੜ੍ਹ ਰਿਹਾ ਸੀ। ਪਹਿਲਾਂ ਬੜੀ ਬੰਦਗੀ ਕੀਤੀ, ਬੜੀ ਬੰਦਗੀ ਕੀਤੀ। ਇੱਕ ਦਿਨ ਬੈਠੇ ਸੀ ਅੱਖਾਂ ਮੀਟ ਕੇ, ਚਿੜੀਆਂ ਆ ਗਈਆਂ। ਕੁਝ ਚਿੜੀਆਂ ਦਾ ਸੁਭਾਅ ਹੈ ਚੀਂ ਚੀਂ ਕਰਨਾ, ਸੰਗੀਤ ਪੈਦਾ ਕਰਨਾ। ਉਹਨਾਂ ਨੂੰ ਡਿਸਟਰਬੈਂਸ ਪੈਦਾ ਹੋ ਗਈ, ਭਾਵ ਕਹਿੰਦੇ ਵੀ ਇਹ ਰੌਲਾ ਪਾਉਂਦੀਆਂ, ਮੈਨੂੰ ਬੰਦਗੀ ਨਹੀਂ ਕਰਨ ਦਿੰਦੀਆਂ। ਆਖਿਆ ਸੀ ਚਿੜੀਓ ਮਰ ਜੋ, ਰੌਲਾ ਇੰਨਾ ਪਾ ਰਹੀਆਂ। ਮੈਂ ਅੱਲਾ ਅੱਲਾ ਜਪਣਾ, ਤੁਸੀਂ ਆਪਣਾ ਰਾਗ ਕਹਿ ਰਹੀਆਂ। ਉਹ ਕੁਦਰਤੀ ਤੌਰ 'ਤੇ ਬਚਨ ਪੂਰੇ ਹੋ ਗਏ ਤੇ ਉਹ ਮਰ ਗਈਆਂ। ਉਸੇ ਵਕਤ ਟਹਿਣੀ ਤੋਂ ਡਿੱਗੀਆਂ, ਥੱਲੇ ਡਿੱਗ ਪਈਆਂ। ਫਿਰ ਉਦਾਸੀ ਵੀ ਛਾ ਗਈ, ਮਨ ਵਿਰਾਗ 'ਚ ਵੀ ਆ ਗਿਆ ਕਿ ਇਹ ਕੀ ਕਰ ਬੈਠਾ। ਆਖਿਆ ਜਿੰਦਾ ਹੋ ਜਾਓ ਤੁਸੀਂ। ਉਹ ਜਿਉਂਦੀਆਂ ਹੋ ਗਈਆਂ। ਉਹਨਾਂ ਦੀ ਜਨਮ ਸਾਖੀ ਵਿੱਚ ਹੀ ਲਿਖਿਆ ਐਵੇਂ। ਕਹਿੰਦੇ ਫਿਰ ਕੀ ਹੋ ਗਿਆ? ਫਿਰ ਉਹ ਹੋ ਗਿਆ ਜਿਹੜਾ ਹੋਣਾ ਨਹੀਂ ਸੀ ਚਾਹੀਦਾ। ਹੰਕਾਰ ਹੋ ਗਿਆ, ਸੂਖਮ। ਫਰੀਦ ਜੀ ਨੂੰ ਵੀ ਹੋ ਗਿਆ ਸੀ। ਇਹ ਸੀ ਆ ਹੈ 'ਚ ਨਹੀਂ ਆਉਂਦਾ, ਪਾਸਟ ਦੀਆਂ ਗੱਲਾਂ ਨੇ। ਕਹਿੰਦੇ ਫਰੀਦ ਤੂੰ ਤਾਂ ਵੱਡਾ ਮਹਾਨ ਹੋ ਗਿਆ, ਤੇਰੇ ਤਾਂ ਬੋਲ ਸੱਚੇ ਹੋਣ ਲੱਗ ਗਏ। ਇਹ ਤਾਂ ਜਿਉਂਦੀਆਂ ਕਰਦੇ ਤੇ ਮਾਰਦੇ ਤੇਰੇ ਹੱਥ ਹੋ ਗਿਆ। ਰੱਬ ਜੀ ਕਹਿੰਦੇ ਤਾਂ ਬੜਾ ਗਲਤ ਹੋ ਗਿਆ। ਫਰੀਦ ਤਾਂ ਹੰਕਾਰ 'ਚ ਆ ਗਿਆ। ਸੂਖਮ ਹੰਕਾਰ ਸੀ ਉਹ। ਇੱਕ ਸਾਡੇ 'ਚ ਸੂਖਮ ਨਹੀਂ ਹੈਗਾ, ਸਾਡੇ 'ਚ ਸੂਖਮ ਤੋਂ ਵੱਧ ਕੇ ਆ। ਭਗਤਾਂ 'ਚ ਕਦੇ ਜਦੋਂ ਤੁਰੇ ਨੇ ਉਦੋਂ ਇਹ ਚੀਜ਼ਾਂ ਹੁੰਦੀਆਂ ਨੇ। ਤਾਂ ਅੱਗੇ ਤੁਰੇ ਗਏ, ਪਿਆਸ ਲੱਗੀ। ਇੱਕ ਇਸਤਰੀ ਸੀ ਕੋਈ ਨਵੀਂ ਵਿਆਹੀ ਦੁਲਹਨ, ਤੇ ਉਹ ਖੂਹ 'ਚੋਂ ਪਾਣੀ ਕੱਢ ਰਹੀ ਸੀ। ਖੂਹ 'ਚੋਂ ਪਾਣੀ ਕੱਢੇ, ਬਾਲਟੀ ਭਰੇ ਤੇ ਜ਼ਮੀਨ 'ਤੇ ਡੋਲ ਦੇਵੇ। ਕਹਿਣ ਲੱਗੇ ਭੈਣ ਮੈਨੂੰ ਪਾਣੀ ਪਿਆ ਦੇ। ਆਖਿਆ ਸੀ। ਉਹ ਕਹਿੰਦੀ ਤੂੰ ਰੁਕ ਜਾ, ਉਡੀਕ ਕਰ, ਹਜੇ ਮੈਂ ਜ਼ਰੂਰੀ ਕੰਮ ਕਰ ਰਹੀ ਹਾਂ। ਆਖਿਆ ਸੀ ਇਹ ਕਿਹੜਾ ਕੰਮ ਆ? ਖੂਹ 'ਚੋਂ ਪਾਣੀ ਕੱਢਿਆ ਤੇ ਜ਼ਮੀਨ 'ਤੇ ਡੋਲਤਾ, ਇਹ ਤਾਂ ਕੋਈ ਗੱਲ ਨਾ ਬਣੀ। ਫਿਰ ਉਹਨੇ ਕੱਢਿਆ, ਇਵੇਂ 7-8 ਵਾਰ ਕੀਤਾ। ਫਰੀਦ ਜੀ ਖੜੇ ਡੀਕੀ ਜਾਂਦੇ ਨੇ, ਪਿਆਸੇ ਨੇ, ਜੰਗਲ 'ਚੋਂ ਆਏ ਨੇ। ਉਹ ਕਹਿਣ ਲੱਗੀ ਫਿਰ, ਕਹਿੰਦੀ ਇਹ ਚਿੜੀਆਂ ਨਹੀਂ ਹੈਗੀਆਂ। ਕਹਿੰਦੀ ਤੇਰੇ ਕਹਿਣ ਦੇ ਨਾਲ ਜਿਉਂ ਪੈਣਗੀਆਂ ਤੇ ਜਾਂ ਫਿਰ ਤੇਰੇ ਕਹਿਣ ਨਾਲ ਹੀ ਮਰ ਜਾਣਗੀਆਂ। ਇਹ ਤਾਂ ਮੈਂ ਆਪਦਾ ਕੰਮ ਕਰੂੰਗੀ ਪੂਰਾ, ਫਿਰ ਤੈਨੂੰ ਪਾਣੀ ਪਿਆਉਂਗੀ। ਫਿਰ ਉਹਨੇ ਨੇੜੇ ਸੱਦਿਆ। 10 ਕੁ ਵਾਰ ਉਹ ਪਾਣੀ ਇੱਦਾਂ ਕੱਢ ਕੇ ਡੋਲਿਆ ਤੇ ਫਿਰ ਪਿਆਇਆ, ਉਹਨੂੰ ਛਕਾਇਆ ਫਰੀਦ ਜੀ ਨੂੰ। ਫਰੀਦ ਜੀ ਬੜੇ ਹੈਰਾਨ ਹੋ ਗਏ। ਕਹਿੰਦੇ ਇੱਕ ਗੱਲ ਨਹੀਂ ਸਮਝ ਆਈ, ਜਿੱਥੇ ਚਿੜੀਆਂ ਵਾਲੀ ਘਟਨਾ ਹੋਈ ਆ ਉੱਥੇ ਜਾਂ ਮੈਂ ਸੀ ਜਾਂ ਚਿੜੀਆਂ ਸੀ, ਤੂੰ ਨਹੀਂ ਸੀ, ਤੇ ਤੈਨੂੰ ਕਿਵੇਂ ਪਤਾ ਲੱਗਾ? ਆ ਪਾਣੀ ਕਿਉਂ ਡੋਲ ਰਹੀਆਂ? ਉਹਨੇ ਆਖਿਆ ਸੀ ਇਹ ਚੀਜ਼ਾਂ ਮੈਂ ਪਤੀ ਵ੍ਰਿਤਾ ਇਸਤਰੀ ਬਣ ਕੇ ਹੀ ਪਾਲੀਆਂ।
ਜੋ ਤੂੰ ਭਜਨ ਬੰਦਗੀ ਕਰਕੇ ਪਾਈ ਫਿਰਦਾ ਨਾ, ਤੈਨੂੰ ਲੱਗਦਾ ਉਹ ਹੰਕਾਰ ਤੋੜਨ ਲਈ ਰੱਬ ਨੇ ਇੱਕ ਮਰਿਆਦਾ ਬਣਾ ਦਿੱਤੀ ਸੀ। ਕਹਿੰਦੀ ਫਰੀਦ ਜਿੰਨਾ ਕੁ ਤੂੰ ਪਾਇਆ ਨਾ ਅੱਖਾਂ ਮੀਟ ਕੇ, ਮੈਂ ਆਪਦੇ ਪਤੀ ਦੀ ਰਿਸਪੈਕਟ ਕਰਕੇ ਇੱਜ਼ਤ ਕਰਕੇ ਇਹ ਚੀਜ਼ਾਂ ਪਾਈਆਂ ਨੇ। ਤੇ ਆ ਪਾਣੀ ਜਿਹੜਾ ਤੂੰ ਕਹਿ ਰਿਹਾ ਮੈਂ ਕਿਵੇਂ ਡੋਲ ਰਹੀ ਸੀ, ਇਹ ਮੇਰੀ ਭੈਣ ਦੇ ਘਰੇ ਅੱਗ ਲੱਗੀ ਸੀ, ਉਹ ਮੈਂ ਬੁਝਾ ਰਹੀ ਹਾਂ, ਇੱਥੋਂ ਹੀ ਬੁਝਾ ਰਹੀ ਹਾਂ ਨਾਲੇ। ਫਰੀਦ ਜੀ ਹੈਰਾਨ ਹੋ ਗਏ, ਕਹਿੰਦੇ ਇਤਨਾ ਕੁਝ ਕਿਵੇਂ ਤੂੰ ਖੱਟ ਕਿਵੇਂ ਲਿਆ? ਉਹਨੇ ਆਖਿਆ ਸੀ ਮੈਂ ਕਹਿਣੇ ਵਿੱਚ ਰਹੀ ਹਾਂ ਆਪਣੇ ਪਤੀ ਦੇ, ਕਦੇ ਹੋਰ ਦੇ ਵੱਲ ਮੈਂ ਬੁਰੀ ਅੱਖ ਦੇ ਨਾਲ ਤੱਕਿਆ ਨਹੀਂ, ਇਹ ਰੱਬ ਨੇ ਮੈਨੂੰ ਦਾਤ ਦਿੱਤੀ ਆ। ਤਾਂ ਫਰੀਦ ਜੀ ਫਿਰ ਕਹਿਣ ਲੱਗੇ ਮੈਂ ਇੰਨੀ ਬੰਦਗੀ ਕੀਤੀ, ਫਿਰ ਕਿਤੇ ਜਾ ਕੇ ਮੈਂ ਚੀਜ਼ਾਂ ਮੈਨੂੰ ਮਿਲ ਰਹੀਆਂ ਨੇ, ਹੰਕਾਰ ਮੈਂ ਗਲਤ ਕਰ ਬੈਠਾ। ਚਿੜੀਆਂ ਨੂੰ ਜਿਉਂਦਾ ਕਰ ਦੇਣਾ ਜਾਂ ਮਾਰ ਦੇਣਾ, ਉਹ ਇਸਤਰੀ ਕਹਿੰਦੀ ਇਹ ਕਿਹੜੀ ਗੱਲ, ਤੂੰ ਕਿਹੜੇ ਪਿੱਛੇ ਲੱਗ ਗਿਆ, ਕਰਾਮਾਤਾਂ ਦਿਖਾਉਣ ਲੱਗ ਗਿਆ। ਇਹ ਚੀਜ਼ਾਂ ਬੰਦਗੀ 'ਚ ਰੁਕਾਵਟ ਨੇ। ਤੂੰ ਆਪਣੀ ਚਾਲ ਚੱਲਦਾ ਜਾ ਫਰੀਦ, ਜੋ ਵੀ ਤੈਨੂੰ ਰਾਹ 'ਚ ਮਿਲੇਗਾ ਉਹ ਤੋਂ ਲਾਂਭੇ ਹੋ ਕੇ ਰੱਬ ਵੱਲ ਹੋ। ਤੂੰ ਕਾਬੇ ਵੱਲ ਜਾ, ਮੰਦਰ ਵੱਲ ਜਾ, ਪਰ ਤੇਰਾ ਮੁੱਖ ਰੱਬ ਦੇ ਵੱਲ ਹੋਵੇ, ਇਹ ਆਖਿਆ ਸੀ। ਉਦੋਂ ਫਰੀਦ ਜੀ ਦਾ ਹੰਕਾਰ ਇੱਕ ਸੂਖਮ ਹੰਕਾਰ ਸੀ, ਆਪਣੇ ਵਾਲਾ ਨਹੀਂ ਸੀ ਉਦੋਂ ਵੀ, ਉਹ ਟੁੱਟ ਗਿਆ। ਫਿਰ ਕਹਿੰਦੇ ਅੱਜ ਤੋਂ ਬਾਅਦ ਮੈਂ ਕਰਾਮਾਤ ਨਹੀਂ ਦਿਖਾਵਾਂਗਾ, ਰਜਾ ਵਿੱਚ ਰਹਿਣਾ ਹੀ ਬੰਦਗੀ ਆ, ਇੱਥੇ ਹੀ ਮੈਂ ਰਹਾਂਗਾ। ਇੱਦਾਂ ਦੇ ਜਿਹੜੇ ਭਗਤ ਹੁੰਦੇ ਨੇ ਨਾ, ਉਹਨਾਂ ਦੀ ਜਿਹੜੀ ਜ਼ਿੰਦਗੀ ਹੁੰਦੀ ਆ ਉਹ ਸਾਨੂੰ ਸਿਖਾਉਂਦੇ ਨੇ ਰਜਾ ਵਿੱਚ ਰਹਿਣਾ। ਜੋ ਮੇਰੇ ਨਾਲ ਹੋ ਗਿਆ ਠੀਕ, ਜੋ ਮੇਰੇ ਨਾਲ ਹੋਵੇਗਾ ਠੀਕ ਹੋਵੇਗਾ, ਜੋ ਮੇਰੇ ਨਾਲ ਹੋਇਆ ਸੀ ਉਹ ਵੀ ਠੀਕ ਸੀ। ਇਸ ਕਰਕੇ ਸਰਬੇ ਏਕ ਅਨੇਕੈ ਸੁਆਮੀ, ਸਭ ਕਟ ਭੋਗਵੈ ਸੋਈ। ਪਰਮਾਤਮਾ ਸਾਰਿਆਂ ਦੇ ਵਿੱਚ ਹੈ, ਅਸੀਂ ਪਰਮਾਤਮਾ ਵਿੱਚ ਹਾਂ। ਪਰਮਾਤਮਾ ਸਾਡੇ ਦਿਲਾਂ 'ਚ ਹੈ, ਅਸੀਂ ਪਰਮਾਤਮਾ ਦੀ ਗੋਦ 'ਚ ਹਾਂ। ਇੱਕ ਦੂਜੇ ਨਾਲ ਅਸੀਂ ਜੁੜੇ ਹੋਏ ਹਾਂ। ਭਾਵੇਂ ਇਹੀ ਗੱਲ ਕਲੀਅਰ ਕੀਤੀ ਹੈ ਭਗਤ ਰਵਿਦਾਸ ਜੀ ਨੇ ਅੱਜ ਦੇ ਬਚਨਾਂ 'ਚ ਕਿ ਏ ਜਿਹੜੀ ਆ ਜੈਡ ਨਾਲ ਜੁੜੀ ਹੋਈ ਆ, ਜੈਡ ਜਾ ਕੇ ਸੀ ਨਾਲ ਜੁੜੀ ਹੋਈ ਆ, ਸੀ ਜਾ ਕੇ ਐਫ ਨਾਲ ਜੁੜੀ ਹੋਈ ਆ, ਊੜਾ ਜਾ ਕੇ ਕੱਕੇ ਨਾਲ ਜੁੜਿਆ ਹੋਇਆ। ਉਹ ਵੱਖ-ਵੱਖ ਨਹੀਂ ਹੈਗੇ। ਕੱਕਾ ਜਾ ਕੇ ਈੜੀ ਨਾਲ ਜੁੜਿਆ ਹੋਇਆ, ਈੜੀ ਜਾ ਕੇ ਚੱਚੇ ਨਾਲ ਜੁੜੀ ਹੋਈ ਆ। ਅਸੀਂ ਦਰਖਤਾਂ ਨਾਲ ਜੁੜੇ ਹਾਂ, ਦਰਖਤ ਸਾਡੇ ਨਾਲ ਜੁੜੇ ਨੇ। ਅਸੀਂ ਚੰਦਰਮਾ ਨਾਲ ਜੁੜੇ ਹਾਂ, ਸੂਰਜ ਸਾਡੇ ਨਾਲ ਜੁੜਿਆ। ਇਹ ਚੀਜ਼ਾਂ ਬਹੁਤ ਜ਼ਿਆਦਾ ਬਰੀਕ ਹੋ ਜਾਂਦੀਆਂ ਨੇ ਗੁਰਸਿੱਖ ਪਿਆਰਿਓ। ਇਹਨਾਂ ਨੂੰ ਕੁਝ ਸਮਝਣ ਲਈ ਬਰੀਕ ਹੀ ਅਕਲ ਚਾਹੀਦੀ ਆ, ਬਹੁਤ ਟਿਕਾ ਚਾਹੀਦਾ ਹੈ। ਇਸ ਕਰਕੇ ਮਿੱਟੀ ਇੱਕ, ਬਰਤਨ ਅਨੇਕ, ਘੁਮਿਆਰ ਇੱਕ, ਮਿੱਟੀ ਵੀ ਉਹਦੇ ਕੋਲ ਉਹੀ ਆ, ਭਾਂਡੇ ਵੱਖਰੇ ਵੱਖਰੇ ਨੇ। ਅਸੀਂ ਦੇਖਣ ਨੂੰ ਲੱਗਦਾ ਤੁਸੀਂ ਮੈਂ ਵੱਖਰੇ ਵੱਖਰੇ ਹਾਂ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਰ ਹੈ। ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੇ। ਭਗਤ ਜੀ ਕਹਿੰਦੇ ਉਸ ਦਿਨ ਮੈਨੂੰ ਪਤਾ ਲੱਗਾ ਜਦੋਂ ਮੈਂ ਇੱਕ ਘੁਮਿਆਰ ਨੂੰ ਭਾਂਡੇ ਬਣਾਉਂਦਿਆਂ ਨੂੰ ਤੱਕਿਆ। ਮਿੱਟੀ ਇੱਕ, ਗੁੰਨੀ ਇੱਕ ਹੀ ਮਿੱਟੀ ਜਾਂਦਾ, ਪਰ ਭਾਂਡੇ ਵੱਖਰੇ ਵੱਖਰੇ ਨੇ। ਫਿਰ ਕਹਿਣਾ ਪੈ ਗਿਆ ਕਬੀਰ ਸਾਹਿਬ ਨੂੰ ਕਿ ਪਰਮਾਤਮਾ ਵੀ ਘੁਮਿਆਰ ਆ, ਉਹ ਵੀ ਬਣਾਉਂਦਾ, ਉਹ ਸਾਨੂੰ ਬਣਾਉਂਦਾ। ਮਿੱਟੀ ਪਰ ਸਾਡੀ ਇੱਕੋ ਹੀ ਆ। ਕਬੀਰ ਮਾਟੀ ਕੇ ਹਮ ਪੁੱਤਰੇ। ਮਿੱਟੀ ਤੋਂ ਬਣੇ ਭਾਂਡੇ ਤੁਸੀਂ ਗਲਾਸ ਕਹੀ ਜਾਂਦੇ ਹੋ, ਤੁਸੀਂ ਕੌਲੀ ਕਹੀ ਜਾਂਦੇ ਹੋ, ਤੁਸੀਂ ਘੜਾ ਕਹੀ ਜਾਂਦੇ ਹੋ, ਤੁਸੀਂ ਸਰਾਹੀ ਕਹੀ ਜਾਂਦੇ ਹੋ। ਕਿਸੇ ਦਾ ਨਾਮ ਫਲਾਣਾ ਸਿੰਘ ਆ, ਕੌਰ ਰੱਖ ਦਿੱਤਾ। ਇੱਦਾਂ ਨਾਮ ਤਾਂ ਰੱਖ ਦਿੱਤੇ, ਪਰ ਹੈਗੇ ਅਸੀਂ ਮਿੱਟੀ ਹੋਈਆਂ। ਕਬੀਰ ਮਾਟੀ ਕੇ ਹਮ ਪੁੱਤਰੇ। ਮਿੱਟੀ ਵੀ ਉਹ ਜਿਹੜੀ ਇੱਕ ਹੀ ਆ। ਤੁਹਾਡੀ ਮਿੱਟੀ ਜਿੱਥੋਂ ਤੁਸੀਂ ਬਣੇ ਉਹ ਮੇਰੇ ਨਾਲੋਂ ਵੱਖ ਨਹੀਂ, ਜਿਹੜੀ ਮਿੱਟੀ ਤੋਂ ਮੈਂ ਬਣਿਆ ਉਹ ਤੁਹਾਡੇ ਨਾਲੋਂ ਵੱਖ ਨਹੀਂ। ਫਿਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੀ ਕੀਤਾ, ਗੁਰੂ ਨਾਨਕ ਸਾਹਿਬ ਜੀ ਨੇ ਕੀ ਕੀਤਾ? ਲੰਗਰ ਪ੍ਰਥਾ, ਪੰਗਤ ਪ੍ਰਥਾ ਚਲਾਈ। ਲੋਕ ਟੁੱਟੇ ਫਿਰਦੇ ਸੀ। ਉਹ ਕਹਿੰਦਾ ਸੀ ਮੈਂ ਖੱਤਰੀ ਹਾਂ, ਉਹਨੇ ਕਹਿਣਾ ਮੈਂ ਬ੍ਰਾਹਮਣ ਹਾਂ, ਉਹਨੇ ਕਹਿਣਾ ਤੂੰ ਸ਼ੂਦ ਆ, ਉਹਨੇ ਕਹਿਣਾ ਤੂੰ ਵੈਸ਼ ਆ। ਮਹਾਰਾਜ ਕਹਿੰਦੇ ਇੱਥੇ ਕੋਈ ਖੱਤਰੀ ਬ੍ਰਾਹਮਣ ਸੂਦ ਵੈਸ਼ ਕੋਈ ਨਹੀਂ, ਆਓ ਇੱਕ ਹੀ ਪੰਗਤ 'ਚ ਬਹਿ ਕੇ ਛਕੀਏ ਪ੍ਰਸ਼ਾਦਾ। ਇਹ ਸੀ ਸਿਧਾਂਤ ਮਿੱਟੀ ਇੱਕ ਨੂੰ ਇੱਕ ਜਗ੍ਹਾ 'ਤੇ ਲਿਆਉਣ ਦੇ।
ਇਹ ਚੀਜ਼ਾਂ ਗੁਰੂ ਮਹਾਰਾਜ ਨੇ ਜਿੱਥੇ ਕੀਤੀਆਂ, ਇਸਤਰੀਆਂ ਦਾ ਇਤਨਾ ਸਤਿਕਾਰ ਨਹੀਂ ਸੀ। ਪੁਰਾਤਨ ਸਮੇਂ ਤੁਸੀਂ ਪੜ੍ਹਿਓ ਕਦੇ, ਲੋਕ ਇਹਨੂੰ ਪੈਰਾਂ ਦੀ ਜੁੱਤੀ ਕਹਿੰਦੇ ਸੀ। ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿੱਥੇ 22 ਮੰਜੀਆਂ ਸਥਾਪਿਤ ਕੀਤੀਆਂ ਸੀ ਨਾ, ਕਿ 22 ਪ੍ਰਚਾਰਕ ਹੋਣਗੇ ਸਾਡੇ, ਉੱਥੇ 52 ਪੀੜ੍ਹੇ ਵੀ ਸਥਾਪਿਤ ਕੀਤੇ। ਉਹ 52 ਔਰਤਾਂ ਨੂੰ ਲਿਆ ਸੀ ਜਿਹੜੀਆਂ ਪ੍ਰਚਾਰ ਕਰਦੀਆਂ ਸੀ ਜਾ ਕੇ। 22 ਮੰਜੀਆਂ ਤੇ 52 ਪੀੜ੍ਹੇ ਉਹ ਕਹਾਏ। 22 ਮੰਜੀਆਂ ਤੇ ਪੁਰਸ਼ ਸਨ, ਸਿੱਖ ਵੀਰ ਸੀ। 52 ਪੀੜ੍ਹੀਆਂ ਤੇ ਇਸਤਰੀਆਂ ਸੀ ਜਿਹੜੀਆਂ ਪ੍ਰਚਾਰ ਕਰਦੀਆਂ ਸੀ। ਗੁਰੂ ਸਾਹਿਬ ਜੀ ਹਮੇਸ਼ਾ ਹੀ ਇਸਤਰੀ ਤੇ ਮਰਦ ਨੂੰ ਬਰਾਬਰਤਾ ਉਹਨਾਂ ਨੇ ਦਿੱਤੀ ਆ। ਉਹਨਾਂ ਨੂੰ ਛੱਡੋ, ਜਾਤਾਂ ਨੂੰ ਬਰਾਬਰਤਾ ਦਿੱਤੀ ਆ। ਉਹਨਾਂ ਨੂੰ ਛੱਡੋ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਦੀ ਕੋਈ ਬਾਂਹ ਨਹੀਂ ਸੀ ਫੜਦਾ, ਉਹਨਾਂ ਨੂੰ ਲਿਆ ਕੇ ਬਰਾਬਰ ਕੀਤਾ। ਇਸ ਕਰਕੇ ਗੁਰੂ ਜੀ ਦੇ ਸਿਧਾਂਤ ਜਿਹੜੇ ਨੇ ਗੁਰਸਿੱਖ ਪਿਆਰਿਓ, ਬੜੇ ਹੀ ਪਿਆਰੇ ਨੇ। ਉਹ ਤਾਂ ਸਾਨੂੰ ਹਮੇਸ਼ਾ ਰੋਜ਼ ਹੀ ਸਿਖਾਉਂਦੇ ਨੇ, ਪਰ ਅਸੀਂ ਕੀ ਸਿੱਖਦੇ ਹਾਂ, ਅਸੀਂ ਕੀ ਸਮਝਦੇ ਹਾਂ, ਅਸੀਂ ਉਹਦੇ ਨਾਲ ਕਿੰਨਾ ਪਿਆਰ ਕਰਦੇ ਹਾਂ, ਇਹ ਸਾਡੇ ਤੇ ਆ। ਸਰਬੇ ਏਕ ਅਨੇਕੈ ਸੁਆਮੀ, ਸਭ ਕਟ ਭੋਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਭਗਤ ਰਵਿਦਾਸ ਜੀ ਕਹਿੰਦੇ, ਜੇ ਇਨਸਾਨ ਇੱਕ ਗੱਲ ਨੂੰ ਸਮਝ ਲਵੇ, ਉਹਦੀ ਜ਼ਿੰਦਗੀ ਬੜੀ ਸਹਿਜ 'ਚ ਆ ਜਾਂਦੀ ਆ। ਜੋ ਉਹਦੇ ਨਾਲ ਹੁੰਦਾ ਉਹ ਕਹਿੰਦਾ ਇਹ ਹੋ ਰਿਹਾ ਉਹਦੀ ਰਜ਼ਾ। ਕਿਹੜੀ ਗੱਲ ਆ ਉਹ? ਜਦੋਂ ਤੁਸੀਂ ਰੱਬ ਨੂੰ ਕਹਿੰਦੇ ਹੋ ਕਿੰਨੀ ਕੁ ਦੂਰ ਆ, ਕਿੰਨੀ ਕੁ ਦੂਰ ਆ, ਜਦੋਂ ਤੁਸੀਂ ਕਹਿੰਦੇ ਹੋ ਉਹ ਦੂਰ ਨਹੀਂ, ਉਹ ਤਾਂ ਮੇਰੇ ਤੋਂ ਵੀ ਨੇੜੇ ਆ, ਮੇਰੇ ਹੱਥਾਂ ਤੋਂ ਵੀ ਨੇੜੇ ਆ। ਬੰਦੇ ਦੇ ਹੱਥ ਉਹਦੇ ਸਭ ਤੋਂ ਨੇੜੇ ਹੁੰਦੇ ਨੇ, ਬੰਦੇ ਦੀਆਂ ਅੱਖਾਂ ਉਹਦੇ ਸਭ ਤੋਂ ਨੇੜੇ ਹੁੰਦੀਆਂ। ਇੱਕ ਚੀਜ਼ ਆ ਜਿਹੜੀ ਮੇਰੇ ਸਾਹਾਂ 'ਚ ਸਾਹ ਲੈ ਰਹੀ ਆ, ਮੇਰੇ ਖੂਨ ਨੂੰ ਚਲਾ ਰਹੀ ਆ, ਦਿਲ ਨੂੰ ਧੜਕਾ ਰਹੀ ਆ, ਉਹੀ ਪ੍ਰਮਾਤਮਾ ਹੈ, ਇੰਨਾ ਨੇੜੇ ਆ। ਜਦੋਂ ਬੰਦਾ ਇਹ ਦਿਲ ਨਾਲ ਕਹਿੰਦਾ, ਇਸ ਗੱਲ ਨੂੰ ਮਹਿਸੂਸ ਕਰਦਾ, ਉਦੋਂ ਉਹਦੀ ਜ਼ਿੰਦਗੀ ਸਹਿਜੇ ਹੋਏ ਸੋ ਹੋਈ। ਜੋ ਹੋ ਰਿਹਾ ਉਹਨੇ ਕਹਿਣਾ ਸਹਿਜ ਹੀ ਹੋ ਰਿਹਾ, ਜੋ ਹੋਵੇਗਾ ਉਹਨੇ ਕਹਿਣਾ ਸਹਿਜ ਹੀ ਹੋਵੇਗਾ, ਕਿਉਂਕਿ ਉਹ ਆਪ ਸਹਿਜ ਆ। ਦੁਖੀਐ ਕੋ ਪੇਖੈ ਸਭ ਦੁਖੀਆ, ਰੋਗੀ ਕੈ ਭਾਣੈ ਸਭ ਰੋਗੀ। ਦੁਖੀ ਬੰਦਾ ਨਾ, ਉਹਦੇ ਭਾਣੇ 'ਚ ਸਾਰੇ ਕੀ ਆ, ਦੁਖੀ ਹੋਈ ਆ। ਉਹਨੂੰ ਫੁੱਲ ਖਿੜੇ ਵੀ ਇਉਂ ਲੱਗਣਗੇ ਜਿਵੇਂ ਕੁਮਲਾਏ ਹੋਏ ਨੇ। ਸੁਖੀ ਬੰਦੇ ਨੂੰ ਇਉਂ ਲੱਗੂ ਜਿਹੜਾ ਜਿਸ ਦਿਨ ਸੁਖੀ ਆ। ਸਾਰਾ ਦਿਨ ਤਾਂ ਅਸੀਂ ਸੁਖੀ ਨਹੀਂ ਹੁੰਦੇ। ਜਿਸ ਦਿਨ ਤੁਸੀਂ ਹੱਸਮੁਖ ਹੋ, ਤੁਹਾਨੂੰ ਲੱਗੂਗਾ ਕੰਡੇ ਵੀ ਹੱਸੀ ਜਾਂਦੇ ਆ। ਇਹਨਾਂ ਚੀਜ਼ਾਂ ਦਾ ਇਤਨਾ ਅਸਰ ਹੈ ਬੰਦੇ 'ਤੇ। ਸੋਚੀਆਂ ਚੀਜ਼ਾਂ ਦਾ ਕਹਿ ਲਓ, ਸੁਣੀਆਂ ਚੀਜ਼ਾਂ ਦਾ ਕਹਿ ਲਓ, ਦੇਖੀਆਂ ਚੀਜ਼ਾਂ ਦਾ ਕਹਿ ਲਓ, ਪੜ੍ਹੀਆਂ ਚੀਜ਼ਾਂ ਦਾ ਕਹਿ ਲਓ। ਤਾਂ ਹੀ ਮਹਾਰਾਜ ਕਹਿੰਦੇ ਨੇ, ਹਰ ਗੁਣ ਪੜ੍ਹੀਏ, ਪੜ੍ਹਨਾ ਹੀ ਆ ਤਾਂ ਗੁਣਾਂ ਨੂੰ ਪੜ੍ਹ, ਹਰ ਗੁਣ ਗੁਣੀਐ। ਵਾਚਣਾ ਹੀ ਆ ਤਾਂ ਤੇ ਤੱਕਣਾ ਹੀ ਆ, ਮਹਿਸੂਸ ਕਰਨਾ ਤੇ ਗੁਣਾਂ ਨੂੰ ਹੀ ਕਰ। ਹਰ ਹਰ ਨਾਮ ਕਥਾ ਨਿਤ ਸੁਣੀਐ। ਸੁਣਨਾ ਹੀ ਆ ਤਾਂ ਗੁਰੂ ਦੀਆਂ ਗੱਲਾਂ ਨੂੰ ਸੁਣ, ਉਹਦੀ ਕਥਾ ਨੂੰ ਰੋਜ਼ ਸੁਣ, ਨਿਤ ਸੁਣੀਐ। ਮਿਲ ਸਤ ਸੰਗਤ ਹਰ ਗੁਣ ਗਾਏ, ਜਗ ਭੌਜਲ ਦੁੱਤਰ ਤਰੀਐ ਜੀਉ। ਸਾਧ ਸੰਗਤ ਵਿੱਚ ਆ ਕੇ ਗੁਰੂ ਦੇ ਗੁਣ ਗਾ ਸਿੱਖਾ। ਇਵੇਂ ਤੇਰੇ ਮਨ ਲਈ ਇਹ ਚੀਜ਼ ਬੜੀ ਜ਼ਰੂਰੀ ਆ। ਮਨ ਲਈ ਵੀ ਕਹਿ ਦਿੰਦੇ ਆ ਤੇ ਸਿਹਤ ਲਈ ਤਾਂ ਬੜੀ ਜ਼ਰੂਰੀ ਆ। ਜੋ ਮਨ 'ਚ ਆ ਉਹੀ ਸਿਹਤ ਬਣਦੀ ਆ ਉਹਨਾਂ ਦੀ। ਜਿਹੜਾ ਕ੍ਰੋਧੀ ਆ ਉਹ ਛੇਤੀ ਬਿਮਾਰ ਹੁੰਦਾ। ਇਸ ਕਰਕੇ ਹਮੇਸ਼ਾ ਗੁਰੂ ਸਾਹਿਬ ਤੁਹਾਡੀ ਸਿਹਤ ਦਾ ਜਿੰਨਾ ਖਿਆਲ ਰੱਖਦੇ ਨੇ, ਇਹ ਇੱਕ ਵੈਦ ਵੀ ਨੇ, ਇੱਕ ਡਾਕਟਰ ਵੀ ਨੇ, ਆਤਮਾ ਦੇ ਡਾਕਟਰ ਵੀ ਨੇ। ਸਾਰੀਆਂ ਚੀਜ਼ਾਂ ਮਹਾਰਾਜ ਜਾਣਦੇ ਨੇ। ਸੋ ਸਭ ਤੋਂ ਪਹਿਲਾਂ ਜਿਹੜੀ ਗੱਲ ਤੁਸੀਂ ਦੂਜਿਆਂ ਨੂੰ ਸਿਖਾਉਣੀ ਆ, ਉਹਦੇ 'ਤੇ ਆਪ ਅਮਲ ਕਰਨਾ ਜ਼ਰੂਰੀ ਆ। ਜੇ ਤੁਸੀਂ ਦੂਜਿਆਂ ਨੂੰ ਉਪਦੇਸ਼ ਦੇਣਾ, ਆਪਣੇ ਬੱਚਿਆਂ ਨੂੰ ਕਹਿਣਾ ਕਿ ਤੁਸੀਂ ਬਾਣੀ ਨਾਲ ਜੁੜਦੇ ਨਹੀਂ, ਸਾਡੇ ਬੱਚੇ ਬਾਣੀ ਨਹੀਂ ਪੜ੍ਹਦੇ। ਨਮਾਜ਼ੀ ਜਿਹੜੇ ਵੀਰ ਨੇ ਮੁਸਲਮਾਨ, ਉਹ ਕਹਿੰਦੇ ਸਾਡੇ ਬੱਚੇ ਨਮਾਜ਼ ਨਹੀਂ ਪੜ੍ਹਦੇ। ਹਿੰਦੂ ਵੀਰ ਕਹਿੰਦੇ ਸਾਡੇ ਬੱਚੇ ਭਾਗਵਤ ਗੀਤਾ ਨਹੀਂ ਚੁੱਕਦੇ। ਇਹੀ ਸਾਡੇ ਸਿੱਖਾਂ 'ਚ ਆ ਜੀ, ਇਹ ਬਾਣੀ ਨਹੀਂ ਪੜ੍ਹਦੇ। ਤੁਸੀਂ ਪਹਿਲਾਂ ਆਪ ਇਤਨੇ ਕਾਬਲ ਹੋਵੋ, ਆਪਣੇ ਆਪ ਨੂੰ ਇੰਨਾ ਚੰਗਾ ਬਣਾਓ, ਤੁਸੀਂ ਤੁਰਦੇ ਫਿਰਦੇ ਗੁਰਬਾਣੀ ਲੱਗੋ, ਇਹੋ ਜਿਹਾ ਜੀਵਨ ਹੋਵੇ।
ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਇਹ ਨਹੀਂ ਕਿ ਸਾਡਾ ਜੀਵਨ ਇੱਦਾਂ ਦਾ, ਭਗਤਾਂ 'ਚ ਵੀ ਇੱਦਾਂ ਹੁੰਦਾ ਰਿਹਾ। ਭਗਤ ਬੇਣੀ ਜੀ ਜਿਹੜੇ ਨੇ ਉਹ ਪਹਿਲਾਂ ਕਥਾਵਾਚਕ ਹੁੰਦੇ ਸੀ। ਉਹ ਇੱਕ ਘਰਾਂ 'ਚ ਜਾ ਕੇ ਸਾਖੀਆਂ ਸੁਣਾਉਂਦੇ ਸੀ ਤਾਂ ਲੋਕ ਉਹਨਾਂ ਨੂੰ ਪੈਸੇ ਦਿੰਦੇ ਹੁੰਦੇ ਸੀ, ਜਿਹਦੇ ਨਾਲ ਉਹਨਾਂ ਦੇ ਜੀਵਨ ਦਾ ਗੁਜ਼ਾਰਾ ਚੱਲਦਾ ਸੀ। ਇੱਦਾਂ ਕਰਕੇ ਉਹਨਾਂ ਦਾ ਕੁਝ ਜੀਵਨ ਸੀ। ਇੱਕ ਦਿਨ ਕਥਾ ਕਰਕੇ ਆ ਰਹੇ ਸੀ, ਰਸਤੇ 'ਚ ਇੱਕ ਮਹਾਤਮਾ ਜੀ ਮਿਲਦੇ ਨੇ ਭਗਤ ਬੇਣੀ ਜੀ ਨੂੰ। ਬਹੁਤ ਪਿਆਰ ਨਾਲ ਆਖਿਆ ਸੀ, ਬੇਣੀ ਕੀ ਕੰਮ ਕਰਦਾ? ਸਭ ਜਾਣਦੇ ਸੀ ਨਾਲੇ। ਕਹਿੰਦੇ ਕੰਮ ਤਾਂ ਮੈਂ ਕੁਝ ਨਹੀਂ, ਬਸ ਲੋਕ ਮੈਨੂੰ ਲੈ ਜਾਂਦੇ ਨੇ, ਮੈਂ ਪੜ੍ਹਿਆ ਲਿਖਿਆ ਹਾਂ, ਮੈਂ ਉਹਨਾਂ ਨੂੰ ਸਾਖੀਆਂ ਸੁਣਾਉਣਾ, ਉਹ ਮੈਨੂੰ ਪੈਸੇ ਦੇ ਦਿੰਦੇ ਨੇ, ਉਹਦੇ ਨਾਲ ਮੇਰਾ ਗੁਜ਼ਾਰਾ ਚੱਲਦਾ। ਮਹਾਤਮਾ ਜੀ ਕਹਿਣ ਲੱਗੇ, ਜਿਨ੍ਹਾਂ ਦੀਆਂ ਸਾਖੀਆਂ ਸੁਣਾਉਣਾ ਹੈ ਲੋਕਾਂ ਨੂੰ, ਜਿਨ੍ਹਾਂ ਦੇ ਬਾਰੇ ਜ਼ਿਕਰ ਕਰਦਾ ਰੋਜ਼ ਹੀ, ਉਹਨਾਂ ਵਰਗਾ ਜੇ ਤੂੰ ਆਪ ਬਣ ਜਾਵੇਂ, ਤੇਰਾ ਪਰਿਵਾਰ ਦਾ ਗੁਜ਼ਾਰਾ ਤਾਂ ਚੱਲਦਾ ਹੈ ਸਾਖੀਆਂ ਸੁਣਾ ਕੇ, ਤੇਰੀ ਜ਼ਿੰਦਗੀ ਜਿਹੜੀ ਆ ਉਹ ਸੋਹਣੀ ਬਣ ਜੇਗੀ ਜੇ ਤੂੰ ਉਹਨਾਂ ਮਹਾਂਪੁਰਸ਼ਾਂ ਵਰਗਾ ਵੀ ਬਣ ਜਾਵੇਂ ਜਿਨ੍ਹਾਂ ਦੀਆਂ ਗੱਲਾਂ ਰੋਜ਼ ਕਹਿਣਾ। ਕਈ ਵਾਰੀ ਅਸੀਂ ਗੱਲਾਂ ਕਰ ਜਾਂਦੇ ਹਾਂ, ਵੱਡੀਆਂ ਉੱਚੀਆਂ ਗੱਲਾਂ ਕਰ ਜਾਂਦੇ ਹਾਂ, ਪਰ ਅਸੀਂ ਉਹਨਾਂ ਵਰਗੇ ਬਾਣੀ ਨਹੀਂ ਪਾਉਂਦੇ। ਮਹਾਂਪੁਰਸ਼ਾਂ ਨੂੰ ਫਿਰ ਕਹਿਣਾ ਪੈ ਗਿਆ, ਕਹਿੰਦੇ ਸੱਚ ਬੋਲਣ ਲਈ ਨਹੀਂ ਹੁੰਦਾ, ਸੱਚ ਸੁਣਨ ਲਈ ਨਹੀਂ ਹੁੰਦਾ, ਸੱਚ ਜਿਉਣ ਲਈ ਹੁੰਦਾ ਹੈ। ਬਹੁਤੇ ਲੋਕ ਸੱਚ ਬੋਲਦੇ ਨੇ, ਬਹੁਤੇ ਲੋਕ ਸੱਚ ਸੁਣਦੇ ਨੇ, ਸੱਚ ਨੂੰ ਤਾਂ ਜਿਉਣਾ ਹੁੰਦਾ। ਗੁਰੂਆਂ ਨੇ ਸੱਚ ਬੋਲਿਆ ਹੀ ਨਹੀਂ, ਸੱਚ ਸੁਣਿਆ ਹੀ ਨਹੀਂ। ਗੁਰੂਆਂ ਨੇ ਸੱਚ ਨੂੰ ਮਾਣਿਆ ਵੀ ਆ, ਸੱਚ ਨੂੰ ਜਿਉਇਆ ਵੀ ਆ। ਸੱਚ ਹੈ ਹੀ ਜਿਉਣ ਲਈ। ਬਹੁਤੇ ਲੋਕ ਨੇ ਸੱਚ ਮੈਂ ਬੋਲਦਾ ਹਾਂ, ਸੱਚ ਨੂੰ ਜਿਉਣਾ ਬੜਾ ਔਖਾ, ਸੱਚ ਹੋਣਾ ਬੜਾ ਔਖਾ। ਤਾਂ ਫਿਰ ਉਹ ਮਹਾਤਮਾ ਜੀ ਕਹਿੰਦੇ, ਬੇਣੀ ਜੀ ਮਹਾਂਪੁਰਸ਼ਾਂ ਦੀਆਂ ਗੱਲਾਂ ਸੁਣਾ ਕੇ ਪੈਸੇ ਲਈ ਜਾਂਦੇ ਹੋ, ਅਤੇ ਤੁਸੀਂ ਤਾਂ ਉੱਦਾਂ ਦਾ ਜੀਵਨ ਨਹੀਂ ਤੁਹਾਡਾ, ਬਿਲਕੁਲ ਵੀ ਨਹੀਂ ਹੈਗਾ। ਤੁਹਾਡੇ ਕੋਲ ਆਵਾਜ਼ ਹੈ, ਰਸ ਆ, ਪਰ ਜੀਵਨ ਵੀ ਉੱਦਾਂ ਦਾ ਬਣਾਓ ਨਾ। ਫਿਰ ਬੇਣੀ ਜੀ ਜੰਗਲ ਵਿੱਚ ਚਲੇ ਗਏ, ਉੱਥੇ ਜਾ ਕੇ ਬੰਦਗੀ ਕਰਨ ਲੱਗੇ। ਫਿਰ ਪੈਸੇ ਨਹੀਂ ਸੀ ਕਿਤੋਂ ਮਿਲਦੇ ਨਾ, ਪਹਿਲਾਂ ਲੋਕਾਂ ਦੇ ਘਰਾਂ 'ਚ ਜਾਂਦੇ ਸੀ, ਛੱਡਤਾ। ਫਿਰ ਇਹਨਾਂ ਦੀ ਪਤਨੀ ਪੁੱਛਦੀ ਆ, ਪੈਸੇ ਕਿੱਥੇ ਨੇ? ਪਰਿਵਾਰ ਚਲਾਉਣਾ, ਰਾਸ਼ਨ ਲਿਆਉਣਾ। ਇਹਨਾਂ ਨੇ ਫਿਰ ਕਹਿ ਦੇਣਾ, ਮੈਂ ਇੱਕ ਰਾਜੇ ਕੋਲੇ ਕਥਾ ਕਰਦਾ, ਹਜੇ ਹਿਸਾਬ ਨਹੀਂ ਹੋਇਆ, ਜਦੋਂ ਹਿਸਾਬ ਹੋ ਗਿਆ ਮੈਨੂੰ ਬਹੁਤ ਪੈਸੇ ਮਿਲਣੇ। ਪਰ ਕਥਾ ਕਰਨੀ ਇਹਨਾਂ ਨੇ ਛੱਡ ਦਿੱਤੀ, ਆਪਣੇ ਆਪ ਨਾਲ ਬਹਿਣ ਲੱਗ ਗਏ। ਹੌਲੀ ਕਰਦੇ ਗਏ। ਘਰ ਵਿੱਚ ਹਾਲਤ ਜਿਹੜੀ ਆ ਬੜੀ ਖਰਾਬ ਹੋ ਗਈ, ਗਰੀਬੀ ਆ ਗਈ, ਕਿਉਂਕਿ ਕੁਝ ਚੀਜ਼ਾਂ ਪੈਸੇ ਨਾਲ ਹੀ ਠੀਕ ਹੁੰਦੀਆਂ ਨੇ, ਕੁਝ ਚੀਜ਼ਾਂ ਬੰਦਗੀ ਤੋਂ ਬਿਨਾਂ ਵੀ ਠੀਕ ਨਹੀਂ ਹੁੰਦੀਆਂ। ਦੋਨੇ ਗੱਲਾਂ, ਕਿਰਤ ਤੇ ਕੀਰਤੀ ਪਲੱਸ ਰਾਜ ਤੇ ਜੋਗ ਪਲੱਸ ਆ ਸਿੱਖੀ 'ਚ, ਬਾਹਰੋਂ ਅਮੀਰ ਅੰਦਰੋਂ ਅਮੀਰ, ਇਹ ਚੀਜ਼ਾਂ ਜ਼ਰੂਰੀ ਨੇ। ਇਤਨੇ ਗਰੀਬ ਹੋ ਗਏ, ਲੂਣ ਵੀ ਨਹੀਂ ਰਿਹਾ ਘਰੇ। ਫਿਰ ਰੱਬ ਜੀ ਰਾਜੇ ਬਣ ਕੇ ਹੀ ਆ ਗਏ, ਉੱਦਾਂ ਹੀ ਗੱਡਿਆਂ 'ਤੇ ਸਮਾਨ ਲੱਦ ਕੇ ਆ ਗਏ। ਘਰੇ ਸਾਜੋ ਸਮਾਨ ਦਿੱਤਾ। ਪੁੱਛਿਆ, ਕੌਣ ਤੁਸੀਂ? ਕਹਿੰਦੇ, ਉਹੀ ਹਾਂ ਜਿਹਦੇ ਦਰਬਾਰ 'ਚ ਤੁਹਾਡਾ ਪਤੀ ਬੇਣੀ ਕਥਾ ਕਰਦਾ, ਮੈਂ ਉਹੀ ਹਾਂ। ਨਾਲੇ ਕਹਿੰਦੇ ਦਸ਼ਣਾ ਹੀ ਹਾਂ। ਹਜੇ ਇੱਕ ਦਸ਼ਣਾ ਕਿਹਾ ਜਾਂਦਾ ਸੀ ਸ਼ਬਦ, ਕਿਸੇ ਨੂੰ ਤੁਸੀਂ ਪ੍ਰਸ਼ਾਦਾ ਛਕਾਇਆ, ਨਾਲੇ ਉਹਨੂੰ ਦਸ਼ਣਾ ਵੀ ਦੇਣੀ ਕਿ ਧੰਨਵਾਦ ਤੂੰ ਆ ਕੇ ਛਕਿਆ, ਇਹਨੂੰ ਦਸ਼ਣਾ ਕਹਿੰਦੇ ਨੇ। ਕਹਿੰਦੇ ਦਸ਼ਣਾ ਹੀ ਆ, ਹਜੇ ਤਨਖਾਹ ਤਾਂ ਹਜੇ ਮੈਂ ਦੇਣੀ ਆ। ਗੱਡੇ ਭਰ ਕੇ ਲਿਆਂਦੇ, ਪਤਨੀ ਉਹਨਾਂ ਦੇ ਬੱਚਿਆਂ ਨੇ ਸਾਜੋ ਸਮਾਨ ਸੰਭਾਲਿਆ, ਸ਼ਾਮ ਤੱਕ ਹੀ ਸੰਭਾਲੀ ਗਏ। ਬੇਣੀ ਜੀ ਜਦੋਂ ਘਰੇ ਆਏ, ਪੁੱਛਿਆ, ਇਹ ਕੌਣ ਸੀ? ਕਹਿੰਦੇ, ਉਹੀ ਰਾਜਾ ਸੀ ਜਿਹਦੇ ਡਿਊਟੀ ਕਰਦੇ ਹੋ, ਕਥਾ ਕਰਦੇ ਹੋ, ਉਹੀ ਅੱਜ ਆ ਗਿਆ ਸੀ। ਫਿਰ ਉਹਨਾਂ ਦਾ ਜੀਵਨ ਇੱਦਾਂ ਬਦਲਿਆ। ਮੈਂ ਕਹਿ ਰਿਹਾ, ਅਸਲ ਦੇ ਵਿੱਚ ਮੈਂ ਕਹਿਣਾ ਚਾਹ ਰਿਹਾ, ਭਗਤ ਵੀ ਪਹਿਲਾਂ ਭਗਤ ਨਹੀਂ ਸੀ। ਭਗਤ ਵੀ ਕੁਝ ਘਟਨਾ ਹੋਈਆਂ, ਸਿੱਖਿਆ ਮਿਲੀ, ਚੋਟ ਵੱਜੀ ਤੇ ਭਗਤ ਬਣੇ ਨੇ। ਸਿੱਧਾ ਹੀ ਕੋਈ ਥੋੜ੍ਹੀ ਬਣ ਜਾਂਦਾ। ਪੇਟ 'ਚੋਂ ਜਨਮ ਲੈ ਕੇ, ਉਹ ਤਾਂ ਅਵਤਾਰ ਹੁੰਦੇ ਨੇ ਜਿਹੜੇ ਸਿੱਧੇ ਹੀ ਆਉਂਦੇ ਆ। ਅਸੀਂ ਤਾਂ ਰੋਜ਼ ਹੀ ਸਿੱਖ ਕੇ ਕੁਝ ਬਣਨਾ। ਅੱਜ ਸਿੱਖੋ, ਸ਼ਾਮ ਸਿੱਖੋ, ਰੋਜ਼ ਸਿੱਖੋ। ਕਿਉਂ ਸਿੱਖੋ? ਕਿਉਂਕਿ ਅਸੀਂ ਸਿੱਖ ਹਾਂ। ਤਾਂ ਕਰਕੇ ਆਪਣੇ ਆਪ ਨੂੰ ਹਮੇਸ਼ਾ ਰੱਬ ਦੇ ਅੰਗ ਸੰਗ ਸਮਝੋ, ਰੱਬ ਨੂੰ ਆਪਣੇ ਨਾਲ ਰੱਖੋ।
ਜਿੱਥੇ ਤੁਸੀਂ ਜਾਓਗੇ ਕਦੇ ਪਾਪ ਨਹੀਂ ਕਰ ਪਾਓਗੇ। ਰੱਬ ਨੂੰ ਆਪਣੇ ਨਾਲ ਰੱਖੋ। ਭਗਤ ਰਵਿਦਾਸ ਜੀ ਕਿਉਂ ਭਗਤ ਨੇ? ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ। ਰੱਬ ਕਿੰਨਾ ਨੇੜੇ ਆ? ਭਗਤ ਰਵਿਦਾਸ ਜੀ ਨੂੰ ਪੁੱਛੋ। ਕਹਿੰਦੇ ਮੇਰੇ ਹੱਥਾਂ ਤੋਂ ਵੀ ਨੇੜੇ ਆ, ਮੇਰੀਆਂ ਅੱਖਾਂ ਤੋਂ ਵੀ ਨੇੜੇ ਆ, ਮੇਰੇ ਦਿਲ ਤੋਂ ਵੀ ਨੇੜੇ ਆ। ਇਸ ਕਰਕੇ ਆਹ ਚੀਜ਼ ਜਿਹਨੇ ਮਹਿਸੂਸ ਕਰ ਲਈ, ਇੱਕ ਤਾਂ ਹੁੰਦੀ ਆ ਕਹਿਣੀ, ਇੱਕ ਹੁੰਦੀ ਆ ਮਹਿਸੂਸ ਕਰਨੀ, ਉਹ ਬੰਦਾ ਕਦੇ ਵੀ ਨਹੀਂ ਭੁੱਲਦਾ। ਉਹ ਬੰਦਾ ਕਦੇ ਵੀ ਗਲਤੀਆਂ ਨਹੀਂ ਕਰੇਗਾ। ਵੱਡੀਆਂ ਗਲਤੀਆਂ ਆਮ ਤੁਰੇ ਜਾਂਦੇ ਆ, ਕੀੜੀਆਂ ਪੈਰਾਂ ਥੱਲੇ ਆ ਗਈਆਂ, ਸੂਖਮ ਭੁੱਲਾਂ ਨੇ, ਇਹ ਨੋਰਮਲ ਗੱਲਾਂ ਨੇ। ਵੱਡੇ ਗੁਨਾਹ ਕਿਸੇ ਦਾ ਦਿਲ ਤੋੜਨਾ, ਕਿਸੇ ਨੂੰ ਕੌੜਾ ਬੋਲਣਾ, ਕਿਸੇ ਨੂੰ ਉੱਚਾ ਬੋਲਣਾ, ਰਿਸ਼ਤਿਆਂ ਦੇ ਵਿੱਚ ਈਰਖਾ ਕਰਨੀ, ਇਹ ਬੰਦਾ ਕਦੇ ਨਹੀਂ ਕਰੇਗਾ। ਭਗਤ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਸਾਨੂੰ ਇਹ ਬਾਣੀ ਬਖਸ਼ੀ ਹੈ। गुरु महाराज कृपा करन, जब हम होते तब तू नाही, अब तू ही मैं नाही। अनल अगम जैसे लहर मयो दद, जल केवल जल माही। माधवे क्या कहिए परम ऐसा, जैसा मानिए होए न तैसा। हे वाहिगुरु जी, साडियां अखां ते लोड़ नालों वध परदे ने, इन्हां नूं उतार दो, असीं भी सच देखना। माधवे क्या कहिए परम ऐसा, साडे कन्नां ते लोड़ नालों वध परदे ने, इन्हां नूं उतार दो, असीं भी सच सुणन दे इच्छुक हो के आए हाँ। सगल दवार को छाड़ के, सारे दरवाजे छड्ड के, गयो तुहारो द्वार। मैं तुहाडे ही दर ते आ गया मालक जी, बाहें गहें की लाज अस। बांह फड़ियां दी तुसी लाज रखो, इस करके गोविंद दास तुहार। गोविंद दास तुहाडे अगे बेनतियां करदा है। अज दे दीवान विच इतना ही। गुरु महाराज कृपा करन, कीती हुई विचार हिरदियां विच वसे। असीं भी गुर शब्दां दी कमाई करिया करिए, अपने जीवन नूं सोहना बनाइए। आओ वाहिगुरु कह लईए, एक मन एक चित हो के जी। वाहे गुरु 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 वाहे वाहे
ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।